ਹੈਲੋ एवरीवन, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਰੰਟ ਅਫੇਅਰਸ ਦੇ ਲਾਈਵ ਸੈਸ਼ਨ ਤੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਬਹੁਤ ਮੁਬਾਰਕਾਂ ਜੀ। ਪਹਿਲੀ ਗੱਲ ਤਾਂ ਅਸੀਂ ਕਿਉਂਕਿ ਮੋਸਟਲੀ ਜੋ ਇਸ ਵੀਡੀਓ ਨੂੰ ਬੱਚੇ ਦੇਖ ਰਹੇ ਨੇ ਉਹ ਪੰਜਾਬ ਤੋਂ ਬਿਲੋਂਗ ਕਰਦੇ ਨੇ, ਤਾਂ ਸਾਨੂੰ ਸਾਡੀ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਨਾ, ਚਾਹੇ ਅਸੀਂ ਪੇਪਰ ਲਈ ਤਿਆਰੀ ਕਰ ਰਹੇ ਹਾਂ ਕਿਸੇ ਲਈ ਜਾਂ ਨਹੀਂ, ਫਿਰ ਵੀ ਸਾਨੂੰ ਸਾਡੀ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ। ਤੇ ਜਦੋਂ ਅਸੀਂ ਪੰਜਾਬ PCS ਦੀ ਜਾਂ ਸਾਡੇ UPSC ਦੀ ਗੱਲ ਕਰ ਰਹੇ ਹਾਂ, ਉਹਦੇ ਲਈ ਪ੍ਰਪੇਅਰ ਕਰ ਰਹੇ ਹਾਂ, ਤਾਂ ਇਹ ਚੀਜ਼ਾਂ ਨੂੰ ਸਮਝਣਾ, ਇਹ ਚੀਜ਼ਾਂ ਬਾਰੇ ਪਤਾ ਹੋਣਾ ਸਾਡੇ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ। ਤੇ ਸਿੱਖ ਹਿਸਟਰੀ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਬਾਰੇ ਜੋ ਵੀ ਇੰਪੋਰਟੈਂਟ ਈਵੈਂਟਸ ਨੇ, ਜੋ ਸਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਸਾਡੇ ਲਈ ਇੰਪੋਰਟੈਂਟ ਨੇ, ਉਹ ਸਾਰੀਆਂ ਅਸੀਂ ਪੰਜਾਬ GK ਦੀਆਂ ਜੋ ਸਾਡੀਆਂ ਕਲਾਸਿਸ ਹੋਈਆਂ ਸੀ, ਜਦੋਂ ਸਿੱਖ ਹਿਸਟਰੀ ਪੜ੍ਹੀ ਸੀ, ਉਹਦੇ ਵਿੱਚ ਆਪਾਂ ਵਧੀਆ ਡਿਟੇਲ ਦੇ ਵਿੱਚ ਜੋ ਸਾਡੇ ਲਈ ਰੈਲੇਵੈਂਟ ਹੈ, ਜੋ ਸਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਸਾਡੇ ਲਈ ਇੰਪੋਰਟੈਂਟ ਹੈ, ਉਹ ਸਭ ਆਪਾਂ ਡਿਸਕਸ ਕੀਤਾ ਸੀ। ਸੋ ਉਹਨਾਂ ਚੀਜ਼ਾਂ ਨੂੰ ਅਸੀਂ ਪੇਪਰ ਲਈ ਤਾਂ ਪੜ੍ਹਨਾ ਹੀ ਪੜ੍ਹਨਾ, ਬਟ ਉਹਨਾਂ ਤੋਂ ਜੋ ਉਹਨਾਂ ਦੀਆਂ ਲਾਈਫ ਦੇ ਵਿੱਚ ਇਵੈਂਟਸ ਹੋਈਆਂ, ਉਹਨਾਂ ਤੋਂ ਸਾਨੂੰ ਸਾਡੀ ਜ਼ਿੰਦਗੀ ਜਿਉਣ ਦੇ ਲਈ ਵੀ ਕੁਛ ਨਾ ਕੁਛ ਸਿੱਖਣਾ ਚਾਹੀਦਾ। ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਨੇ ਬਹੁਤ ਕਹਿ ਲਓ ਹਾਰਡ ਟਾਈਮਸ ਦੇਖਿਆ ਹੈ ਨਾ। ਜਦੋਂ ਕਹਿ ਲਓ ਲਗਾਤਾਰ, ਜਿਵੇਂ ਪਿਛਲੇ ਉਹਨਾਂ ਦੀ ਲਾਈਫ ਦੇ ਜੇ ਆਪਾਂ ਗੱਲ ਕਰ ਲਈਏ, 1692-93 ਤੋਂ ਲੈ ਕੇ 1707 ਵਾਲਾ ਜਿਹੜਾ ਸਮਾਂ ਗਾ, 1710 ਤੱਕ ਦਾ ਜਿਹੜਾ ਟਾਈਮ ਆ, ਮਤਲਬ ਕਿ ਪਿਛਲੇ 18-20 ਸਾਲ ਨੇ ਜਿਹੜੇ, ਉਹ ਲਗਾਤਾਰ ਉਹਨਾਂ ਨੇ ਲੜਾਈਆਂ ਜੀ ਲੰਘਾਏ ਨੇ, ਹੈ ਨਾ। ਤੇ ਉਹਦੇ ਵਿੱਚ ਬਹੁਤ ਕੁਝ ਉਹਨਾਂ ਨੇ ਖੋਇਆ ਤੇ ਕਿੱਡੀਆਂ ਮੁਸੀਬਤਾਂ ਸੀ, ਬਟ ਉਹਨਾਂ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਉਹਨਾਂ ਨੇ ਡਟ ਕੇ ਕੀਤਾ। ਉਹਨਾਂ ਮੁਸੀਬਤਾਂ ਨੇ ਉਹਨਾਂ ਨੂੰ ਕਹਿ ਲਓ ਵੀ ਕਿਸੇ ਵੀ ਉਹਨਾਂ ਦੀ ਲਾਈਫ ਈਵੈਂਟ ਦੇ ਵਿੱਚ ਸਾਨੂੰ ਨਿਰਾਸ਼ਾ ਦੇਖਣ ਨੂੰ ਨਹੀਂ ਮਿਲਦੀ, ਜਾਂ ਕਿਤੇ ਵੀ ਉਹ ਲੋ ਆਪਾਂ ਕਹਿ ਲਓ ਵੀ ਲੈਕ ਆਫ ਐਨਰਜੀ ਉਹਨਾਂ ਦੇ ਵਿੱਚ ਕਿਤੇ ਸਾਨੂੰ ਨਹੀਂ ਦੇਖਣ ਨੂੰ ਮਿਲਦੀ, ਜਾਂ ਡੀਮੋਰਲਾਈਜ਼ਡ ਕਹਿ ਲਓ, ਜਾਂ ਡੀਮੋਟੀਵੇਟਡ ਸਾਨੂੰ ਨਹੀਂ ਮਿਲਦੇ। ਸੋ ਸਾਨੂੰ ਵੀ ਸਾਡੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਛੋਟੀਆਂ ਬਹੁਤ ਪ੍ਰੋਬਲਮਸ, ਮੁਸੀਬਤਾਂ ਆਉਂਦੀਆਂ ਨੇ, ਜਾਂ ਕੁਛ ਲੋ ਫੇਸਿਸ ਸਾਡੀ ਲਾਈਫ ਦੇ, ਸਾਡੀ ਪ੍ਰੈਪਰੇਸ਼ਨ ਦੇ ਟਾਈਮ ਵੀ ਆਉਂਦੇ ਨੇ, ਉਹਨਾਂ ਚੀਜ਼ਾਂ ਤੋਂ ਕਹਿ ਲਓ ਵੀ ਡਰਨ ਦੀ ਲੋੜ ਨਹੀਂ ਹੈ, ਉਹਨਾਂ ਨੂੰ ਦੇਖ ਕੇ ਡੀਮੋਟੀਵੇਟ ਹੋਣ ਦੀ ਲੋੜ ਨਹੀਂ ਹੈ। ਕਿਉਂਕਿ ਜਦੋਂ ਫੇਲੀਅਰਸ ਨੇ, ਜਾਂ ਕਹਿ ਲਓ ਜਿਹੜੇ ਫੇਲੀਅਰਸ ਨੇ, ਇਹ ਵੀ ਸਾਡੀ ਪ੍ਰੈਪਰੇਸ਼ਨ ਦਾ ਹੀ ਪਾਰਟ ਨੇ। ਉਹ ਛੋਟੇ ਵੀ ਹੋ ਸਕਦੇ ਨੇ, ਵੱਡੇ ਵੀ ਹੋ ਸਕਦੇ ਨੇ, ਬਟ ਹਰ ਇੱਕ ਫੇਲੀਅਰ ਤੋਂ, ਜਾਂ ਜੇ ਛੋਟਾ ਬਹੁਤ ਸਾਡਾ ਕੋਈ ਨਾ ਕੋਈ ਨੁਕਸਾਨ ਹੋ ਰਿਹਾ ਸਾਡੀ ਪ੍ਰੈਪਰੇਸ਼ਨ ਦੇ ਦੌਰਾਨ, ਜਾਂ ਸਾਡੀ ਵੈਸੇ ਆਪਾਂ ਜ਼ਿੰਦਗੀ ਦੀ ਗੱਲ ਕਰ ਲਈ, ਕਿਉਂਕਿ ਸਾਰਾ ਕੁਛ ਪੋਜ਼ੀਟਿਵ ਹੀ ਨਹੀਂ ਹੁੰਦਾ ਲਾਈਫ ਦੇ ਵਿੱਚ, ਬਹੁਤ ਨੈਗੇਟਿਵ ਚੀਜ਼ਾਂ ਵੀ ਨੇ, ਕਿਉਂਕਿ ਪੋਜ਼ੀਟਿਵ ਤੇ ਨੈਗੇਟਿਵ, ਦੁੱਖ ਤੇ ਸੁੱਖ, ਇਹਨਾਂ ਚੀਜ਼ਾਂ ਨੂੰ ਮਿਲਾ ਕੇ ਹੀ ਜ਼ਿੰਦਗੀ ਬਣਦੀ ਆ। ਸੋ ਉਹਨਾਂ ਦੁੱਖਾਂ ਨੂੰ ਦੇਖ ਕੇ, ਜਾਂ ਉਹਨਾਂ ਆਪਣੇ ਲੋ ਫੇਜ਼ਸ ਨੂੰ ਦੇਖ ਕੇ ਕਿਤੇ ਵੀ ਡੀਮੋਟੀਵੇਟ ਨਾ ਹੋਵੋ, ਸਗੋਂ ਆਪਣੀ ਤਿਆਰੀ ਨੂੰ, ਜ਼ਿੰਦਗੀ ਨੂੰ ਜਿਉਣ ਦੇ ਲਈ ਤੁਹਾਨੂੰ ਜੋ ਤਿਆਰੀ ਚਾਹੀਦੀ ਹੈ, ਜਾਂ ਤੁਹਾਡੀ ਜੇ ਅਸੀਂ ਆਪਾਂ ਪੇਪਰ ਦੀ ਗੱਲ ਕਰੀਏ, ਉਹਦੇ ਲਈ ਜੋ ਸਾਡੀ ਪ੍ਰੈਪਰੇਸ਼ਨ ਚਾਹੀਦੀ ਆ, ਉਹਨੂੰ ਹੋਰ ਜ਼ਿਆਦਾ ਸਟਰੀਮਲਾਈਨਡ ਕਰੋ, ਉਹਨੂੰ ਹੋਰ ਜ਼ਿਆਦਾ ਕਹਿ ਲਓ ਵੀ ਡੈਡੀਕੇਸ਼ਨ ਦੇ ਨਾਲ ਕਰੋ, ਸੋ ਦੈਟ ਜੋ ਤੁਹਾਡਾ ਗਾਂਹ ਵਾਲਾ ਫੇਜ਼ ਆ, ਜੋ ਨੈਗੇਟਿਵ ਫੇਜ਼ ਦੇ ਬਾਅਦ ਜੋ ਅਗਲਾ ਫੇਜ਼ ਆਉਣਾ, ਉਹਨੂੰ ਤੁਸੀਂ ਵਧੀਆ ਟੈਕਲ ਕਰ ਸਕੋ ਤੇ ਉਹਦੇ ਰਿਜ਼ਲਟਸ ਤੁਹਾਨੂੰ ਪੋਜ਼ੀਟਿਵ ਮਿਲ ਸਕਣ। ਠੀਕ ਹੈ ਜੀ। ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਦੀ ਗੱਲ ਕਰ ਲਈਏ, ਕਿਉਂਕਿ ਠੀਕ ਹੈ, ਉਹਨਾਂ ਨੇ ਜਿੰਨਾ ਹਾਰਡ ਟਾਈਮ ਉਹਨਾਂ ਨੇ ਦੇਖਿਆ, ਉਹ ਆਪਾਂ ਨਹੀਂ ਦੇਖ ਸਕਦੇ, ਹੈ ਨਾ, ਹੋਰ ਕੋਈ ਨਹੀਂ ਦੇਖ ਸਕਦਾ। ਜਿੰਨੇ ਉਹਨਾਂ ਨੇ ਨੁਕਸਾਨ ਦੇਖੇ, ਉਹ ਹੋਰ ਕੋਈ ਨਹੀਂ ਦੇਖ ਸਕਦਾ। ਬਟ ਉਹਦੇ ਬਾਅਦ ਵੀ ਇੰਨੇ ਨੁਕਸਾਨ ਦੇਖਣ ਦੇ ਬਾਅਦ ਉਹਨਾਂ ਨੇ ਆਪਣਾ ਜੋ ਹੌਸਲਾ ਸੀ ਉਹ ਨਹੀਂ ਛੱਡਿਆ, ਤੇ ਲਗਾਤਾਰ ਨਿਰੰਤਰ ਕਹਿ ਲਓ ਜ਼ੁਲਮ ਦੇ ਖਿਲਾਫ ਲੜਦੇ ਰਹੇ, ਤੇ ਫਾਈਨਲੀ ਜੋ ਉਹਨਾਂ ਨੇ ਸੋਚਿਆ ਸੀ ਉਹ ਹੋਇਆ। ਤੇ ਮੁਗਲ ਸ਼ਾਸਕ ਨੇ ਜਿਹੜੇ ਜਿਵੇਂ ਆਪਾਂ ਔਰੰਗਜ਼ੇਬ ਦੀ ਗੱਲ ਕਰ ਲਈਏ, ਜੋ ਆਮ ਲੋਕਾਂ ਦੇ ਨਾਲ ਧੱਕਾ ਕਰ ਰਹੇ ਸੀ, ਉਹਨਾਂ 'ਤੇ ਜ਼ਬਰ ਕਰ ਰਹੇ ਸੀ, ਅੰਤ ਨੂੰ ਉਹਨਾਂ ਦਾ ਅੰਤ ਹੋ ਗਿਆ। ਠੀਕ ਹੈ ਜੀ। ਸੋ ਇਸੇ ਚੀਜ਼ ਦੇ ਨਾਲ ਅਸੀਂ ਸਾਡੀ ਅੱਜ ਦੀ ਕਲਾਸ ਸਟਾਰਟ ਕਰਨ ਲੱਗੇ ਹਾਂ, ਇਸੇ ਥੋਟ ਪ੍ਰੋਸੈਸ ਦੇ ਨਾਲ ਵੀ ਅਸੀਂ ਆਪਣੀ, ਜੇ ਆਪਾਂ ਪ੍ਰੈਪਰੇਸ਼ਨ ਦੀ ਗੱਲ ਕਰ ਲਈਏ, ਤਾਂ ਉਹਦੇ ਵਿੱਚ ਕਈ ਸਾਡੇ ਲੋ ਫੇਜ਼ਸ ਆਉਣਗੇ, ਕੁਛ ਨੈਗੇਟਿਵ ਗੱਲਾਂ ਸਾਡੇ ਲਈ ਕੁਛ ਹੋਣਗੀਆਂ, ਕੁਛ ਅਸੀਂ ਛੋਟੇ ਮੋਟੇ ਲਾਸ ਵੀ ਸਾਨੂੰ ਦੇਖਣੇ ਪੈਣਗੇ, ਹੈ ਨਾ। ਸੋ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਆਪਣੀ ਤਿਆਰੀ ਨਾ ਛੱਡੀਏ, ਸਗੋਂ ਆਪਣੀ ਤਿਆਰੀ ਨੂੰ ਹੋਰ ਵਧੀਆ ਤਰੀਕੇ ਨਾਲ ਕਰੀਏ। ਠੀਕ ਹੈ ਜੀ। ਫਿਰ ਸਾਨੂੰ ਡੈਫੀਨੇਟਲੀ ਪੋਜ਼ੀਟਿਵ ਰਿਜ਼ਲਟਸ ਮਿਲਣਗੇ। ਤੇ ਸਾਡਾ ਜੋ ਅੱਜ ਦਾ ਫਸਟ ਟੌਪਿਕ ਹੈ ਡਿਸਕਸ਼ਨ ਦਾ ਜੀ, ਦੈਟ ਇਜ਼ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ, ਵੈਰੀ ਇੰਪੋਰਟੈਂਟ, ਜਿਹਨੂੰ ਅਸੀਂ NRC ਕਹਿ ਦਿੰਦੇ ਹਾਂ। ਤੇ ਕੁਐਸਚਨ
फ्रॉम द क्वेश्चन फ्रॉम सिटीजनशिप कह लो या फिर ये रिलेटेड जो क्वेश्चन बन सकता वो की है, विच ऑफ द फॉलोइंग स्टेटमेंट्स आर करेक्ट अबाउट सिटीजनशिप इन इंडिया। फर्स्ट स्टेटमेंट, सिटीजनशिप इज़ वन ऑफ द यूनिटरी फीचर ऑफ इंडियन कॉन्स्टिट्यूशन, ਜਾਂ ਜਿਹਨੂੰ ਕਹਦੀ ਅਸੀਂ ਨਾਗਰਿਕਤਾ ਭਾਰਤੀ ਸੰਵਿਧਾਨ ਦੀਆਂ एकात्मक विशेषतावां विचों एक है, ठीक है जी। सैकेंड इज ऑल्दो द कॉन्स्टिट्यूशन केम इनटू फोर्स ऑन 26 जनवरी 1950 बट द प्रोविजन्स रिगार्डिंग सिटीजनशिप वर एनफोर्स्ड ऑन 26 नवंबर 1949 इटसेल्फ। 26 नवंबर 1949 ਨੂੰ ਜਿਹੜੀ ਤਰੀਕ ਆ ਉਸ ਦਿਨ ਅਸੀਂ ਸਾਡਾ ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਕੰਪਲੀਟ ਹੋ ਚੁੱਕਿਆ ਸੀ, ਉਹ ਬਣ ਗਿਆ ਸੀ, ਉਹਨੂੰ ਅਸੀਂ ਅਡਾਪਟ ਕਰ ਲਿਆ ਸੀ। बट उस संविधान ਨੂੰ इनफोर्स किया गया, उस संविधान ਨੂੰ लागू कदों किया गया, वो लागू किया गया 26 जनवरी 1950 ਨੂੰ, ठीक है जी। पर जी ये स्टेटमेंट है ਤੁਹਾਨੂੰ कह रही है कि भावें कि साडा संविधान 26 जनवरी 1950 ਨੂੰ लागू होया, पर जी सिटीजनशिप नागरिकता के रिलेटेड जो प्रोविजनस ने इस संविधान के 26 नवंबर 1949 ਨੂੰ ही लागू हो गई सी। थर्ड स्टेटमेंट है, इंडियाज आइडिया ऑफ सिटीजनशिप इज बेस्ड ऑन अमेरिकन कॉन्सैप्ट ऑफ सिटीजनशिप, ठीक है जी। मतलब भारतीय नागरिकता का जो विचार आ वो अमरीकी नागरिकता के संकल्प पर आधारित है। थर्ड स्टेटमेंट तुहानूं ये कह रही है। फोर्थ स्टेटमेंट, फंडामेंटल राइट्स एनश्राइंड, एक सैकेंड होल्ड करो, मैं आवाज़ दे विच दिक्कत आ रही है, एक सैकेंड। हाँ जी, फोर्थ स्टेटमेंट है साडी, फंडामेंटल राइट्स एनश्राइंड अंडर आर्टिकल 14, 15, 19, 29 एंड 30 आर अवेलेबल टू इंडियन सिटीजनस ओनली, ठीक है जी। सो जरूर इसका आंसर करो, किहड़ियां ऑप्शंस करैक्ट ने, वीडियो नूं थोड़ा पॉज कर लियो, बट पॉज करके अपना आंसर जरूर इत्थे कमेंट करो, ठीक है जी। तो नैक्सट आपां साडी न्यूज़ की गल करते हैं, वाई NRC इज़ इन न्यूज़। NRC 2019 ਦੇ ਵਿੱਚ एक्सरसाइज कंप्लीट की गई सी, बट हुण न्यूज़ ਦੇ ਵਿੱਚ क्यों आ ਜਾਂ ਸਾਡੇ ਲਈ पढ़नी क्यों जरूरी हो रही है, बिकॉज रिसेंटली कैग जो साडा कंप्ट्रोलर एंड ऑडिट जनरल है भारत का एक बॉडी है, उन्होंने हैज़ फ्लैग्ड अ नंबर ऑफ इशूज़ इन द NRC एक्सरसाइज कैरिड आउट इन असम। NRC एक्सरसाइज जो रिसेंटली असम ਦੇ ਵਿੱਚ कैरी आउट की गई है ਜਾਂ ਉਹਦੇ असम ਦੇ ਲਈ ਕੀਤੀ ਗਈ ਆ, ਉਹਦੇ ਵਿੱਚ ਕੁਝ ਮੁੱਦੇ, ਉਹਦੇ ਸੰਬੰਧ ਦੇ ਵਿੱਚ ਕੁਝ ਮੁੱਦੇ ਉਠਾਏ ਨੇ कंप्ट्रोलर एंड ऑडिट जनरल ऑफ इंडिया ने, जिदे करके NRC दोबारा फिर न्यूज़ दे विच है। NRC है की है जी, NRC की फुल फॉर्म है नैशनल रजिस्टर ऑफ सिटीजनस। मतलब भारत के जोड़े लीगल तौर पर या कानूनी तौर पर जोड़े भारत के नागरिक ने, उन्हों का एक रजिस्टर इज़ एन ऑफिशियल रिकॉर्ड, उन्हों का एक रिकॉर्ड है ऑफ ऑल द लीगल इंडियन सिटीजनस। द रजिस्टर वॉज फस्ट प्रिपेयर्ड आफ्टर द 1951 सेंसस। ਜਦੋਂ आज़ाद भारत की सब तो पहली मरदमशुमारी हुई सी, जिन्हों असीं सेंसस कह दिंदे आ 1951 ਦੇ ਵਿੱਚ, ਉਹਦੇ ਬਾਅਦ ਭਾਰਤ ਦਾ ਪਹਿਲਾ ਜਿਹੜਾ NRC ਆ, ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ, ਜਿਹਦੇ ਚ ਭਾਰਤ ਦੇ ਜੋ ਕਾਨੂੰਨੀ ਤੌਰ ਤੇ ਜਿਹੜੇ ਨਾਗਰਿਕ ਨੇ ਉਹਨਾਂ ਦਾ ਇੱਕ ਰਿਕਾਰਡ ਆ, ਉਹ NRC ਤਿਆਰ ਕੀਤੀ ਗਈ ਸੀ, ਠੀਕ ਹੈ ਜੀ। NRC अपडेट फॉर असम, ਜਿਹੜੀ असम ਲਈ NRC अपडेट ਕੀਤੀ ਗਈ ਆ, ਉਹ ਕੀ ਹੈ, ਉਹਦੀ हिस्टरी की है, क्यों अपडेट करने की जरूरत पई, वो सिर्फ असम च ही क्यों कर रहे हैं, पूरे भारत च असीं क्यों नहीं लोड़ पै रही ਉਹਦੀ, ਜਾਂ भारत च असीं कर भी रहे हैं ਜਾਂ नहीं कर रहे, है ना, वो चीज़ों नूं सानूं समझण दी लोड़ आ। ਪਹਿਲਾਂ ਅਸੀਂ ਗੱਲ ਕਰਦੇ ਹਾਂ NRC अपडेट फॉर असम। होया कि 2013 ਦੇ 2014 ਦੇ ਵਿੱਚ 2013 ਦੇ ਵਿੱਚ ਕੁਝ ਅਸਾਮ ਦੀਆਂ ਨਾ ਕੁਝ ਸਟੇਟ ਲੈਵਲ ਦੀਆਂ ਆਰਗੇਨਾਈਜੇਸ਼ਨ ਸੰਸਥਾਵਾਂ ਸੀ, ਜਿਨ੍ਹਾਂ ਦੇ ਵਿੱਚੋਂ ਉੱਥੋਂ ਦੀ ਅਸਾਮ ਪਬਲਿਕ ਵਰਕਸ ਇੱਕ ਸੰਸਥਾ ਸੀ, ਉਹਦੇ ਨਾਲ ਕੁਝ ਹੋਰ ਸੰਸਥਾਵਾਂ ਸੀ। ਉਹਨਾਂ ਨੇ ਇਕੱਠੇ ਹੋ ਕੇ ਸੁਪਰੀਮ ਕੋਰਟ ਕੋਲ ਇੱਕ ਰਿਟ ਪਟੀਸ਼ਨ ਫਾਈਲ ਕੀਤੀ। ਦੇ ਹੈਵ ਫਾਈਲਡ ਅ ਰਿਟ ਪਟੀਸ਼ਨ ਬਿਫੋਰ ਦ ਸੁਪਰੀਮ ਕੋਰਟ ਟੂ ਰਿਮੂਵ ਦ ਨੇਮਸ ਆਫ ਇਲੀਗਲ ਮਾਈਗਰੈਂਟਸ ਫਰੋਮ ਦ ਵੋਟਰ ਲਿਸਟਸ। ਜਿਹੜੀਆਂ ਅਸਾਮ ਦੀਆਂ ਵੋਟਰ ਸੂਚੀਆਂ ਨੇ, ਉਹਨਾਂ ਦੇ ਵਿੱਚ ਕੁਝ ਗੈਰ ਕਾਨੂੰਨੀ ਜਿਹੜੇ ਬਾਹਰੋਂ ਇਮੀਗਰੈਂਟਸ ਆਏ ਹੋਏ ਨੇ, ਉਹਨਾਂ ਦੇ ਨਾਂ ਦਰਜ ਸੀ। ਉਹਨਾਂ ਨਾਵਾਂ ਨੂੰ ਮਿਟਾਉਣ ਦੇ ਲਈ ਇਹਨਾਂ ਸੰਸਥਾਵਾਂ ਨੇ ਸੁਪਰੀਮ ਕੋਰਟ ਕੋਲ ਇੱਕ ਰਿਟ ਪਟੀਸ਼ਨ ਫਾਈਲ ਕੀਤੀ, ਤੇ ਜਿਹਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ NRC ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਫॉर ਅਸਾਮ ਅਪਡੇਟ ਕਰਨ ਦੇ ਹੁਕਮ ਦਿੱਤੇ, ਠੀਕ ਹੈ ਜੀ, ਆਰਡਰ ਕੀਤਾ। In 2013, few state organizations including
Assam Public Works filed a writ petition in Supreme Court demanding the deletion of illegal immigrants, mainly those who entered from erstwhile East Pakistan, ਜਿਹੜੇ ਸਾਡੇ ਪੂਰਬੀ ਪਾਕਿਸਤਾਨ, ਜਿਹੜਾ ਪਹਿਲਾਂ ਪੂਰਬੀ ਪਾਕਿਸਤਾਨ ਹੁੰਦਾ ਸੀ, ਜਿਹੜਾ ਹੁਣ ਬੰਗਲਾਦੇਸ਼ ਬਣ ਚੁੱਕਿਆ, ਉੱਥੋਂ ਜਿਹੜੇ ਕੁਝ ਇਲੀਗਲ ਮਾਈਗਰੈਂਟਸ, ਇਲੀਗਲ ਇਮੀਗ੍ਰੈਂਟਸ ਅਸਾਮ ਦੇ ਵਿੱਚ ਆ ਕੇ ਰਹਿ ਰਹੇ ਨੇ, ਉਹਨਾਂ ਦੇ ਨਾਂ ਉੱਥੋਂ ਦੀਆਂ ਵੋਟਰ ਸੂਚੀਆਂ ਦੇ ਵਿੱਚੋਂ ਮਿਟਾਉਣ ਦੇ ਲਈ ਇਹ ਪਟੀਸ਼ਨ ਸੀ। NRC for Assam, a state specific exercise. It was operated in 2019 to keep its ethnic uniqueness unaltered। ਠੀਕ ਹੈ ਜੀ, ਮਤਲਬ ਉਸ ਅਸਾਮ ਦੇ ਜਿਹੜੇ ਲੋਕ ਨੇ ਉਹ ਇੱਕ ਪਰਟੀਕੂਲਰ ਰੇਸ ਨੂੰ ਬਿਲੋਂਗ ਕਰਦੇ ਨੇ, ਇੱਕ ਪਰਟੀਕੂਲਰ ਨਸਲ ਨੂੰ ਬਿਲੋਂਗ ਕਰਦੇ ਨੇ, ਜਿਹਨੂੰ ਅਸੀਂ ਐਥਨੀਸਿਟੀ ਕਹਿ ਦਿੰਦੇ ਆ, ਐਥਨਿਕ ਰੇਸ ਕਹਿ ਦਿੰਦੇ ਆ। ਸੋ ਉਹਨਾਂ ਦੀ ਜੋ ਨਸਲ ਆ, ਉਹਦੀ ਜਿਹੜੀ ਵਿਲੱਖਣਤਾ ਹੈਗੀ, ਉਹਦੀ ਜਿਹੜੀ ਯੂਨੀਕਨੈਸ ਆ, ਉਹਨੂੰ ਮੇਨਟੇਨ ਕਰਨ ਦੇ ਲਈ ਇਹ NRC ਜਿਹੜੀ ਐਕਸਰਸਾਈਜ਼ ਹੈ, NRC ਜਾਂ ਕਹਿ ਲਓ ਜੋ ਰਜਿਸਟਰ ਆ, ਉਹਨੂੰ 2019 ਦੇ ਵਿੱਚ ਅਸਾਮ ਲਈ ਅਪਡੇਟ ਕੀਤਾ ਗਿਆ ਅੰਡਰ ਦਾ ਆਰਡਰਸ ਆਫ ਸੁਪਰੀਮ ਕੋਰਟ, ਐਂਡ ਸੁਪਰੀਮ ਕੋਰਟ had instructed the authorities to follow the rules and regulations enshrined under Citizenship Act 1955 and Citizenship Rules of 2003। ਠੀਕ ਹੈ ਜੀ, ਉਹਨਾਂ ਰੂਲਸ ਤੇ ਉਸ ਕਾਨੂੰਨ ਦੇ ਹਿਸਾਬ ਨਾਲ NRC ਅਪਡੇਟ ਕਰਨ ਦੇ ਇੰਸਟਰਕਸ਼ਨਸ ਦਿੱਤੀਆਂ ਸੀ ਸੁਪਰੀਮ ਕੋਰਟ ਨੇ, ਜੋ 2019 ਦੇ ਵਿੱਚ ਕੰਪਲੀਟ ਕੀਤੀ ਗਈ। ਜਿਵੇਂ ਇੱਥੇ ਲਿਖਿਆ ਤੁਹਾਡੇ ਲਈ, that court ordered for updation of NRC in accordance with Citizenship Act 1955 and Citizenship Rules 2003। ਧਿਆਨ ਰੱਖਿਓ, ਇਹਨਾਂ ਦੇ ਅਕੋਰਡਿੰਗ ਹੀ NRC ਅਪਡੇਟ ਕੀਤੀ ਗਈ ਹੈ, ਜਿਹੜੀ ਫਾਈਨਲੀ 2019 ਦੇ ਵਿੱਚ ਕੰਪਲੀਟ ਕਰ ਦਿੱਤੀ ਗਈ। ਦੈਨ ਇਹਦੇ ਵਿੱਚ ਟੋਟਲ ਅਰਾਊਂਡ 3.3 ਕਰੋੜ ਪੀਪਲ ਨੇ ਜਿਹੜੇ ਉਹਨਾਂ ਨੇ ਅਪਲਾਈ ਕੀਤਾ ਸੀ NRC ਦੇ ਵਿੱਚ, ਆਪਣੇ ਡਾਕੂਮੈਂਟਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਆਪਣੀ ਸਿਟੀਜ਼ਨਸ਼ਿਪ ਪ੍ਰੂਵ ਕਰਨ ਦੇ ਲਈ, ਆਪਣੀ ਇੰਡੀਅਨ ਸਿਟੀਜ਼ਨਸ਼ਿਪ ਨੂੰ ਪ੍ਰੂਵ ਕਰਨ ਦੇ ਲਈ। ਅਰਾਊਂਡ 3.3 ਕਰੋੜ ਐਪਲੀਕੈਂਟਸ ਸੀ, ਜਿਨ੍ਹਾਂ ਦੇ ਵਿੱਚੋਂ 19 ਲੱਖ ਲੋਕਾਂ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਗਿਆ ਹੈ ਨਾ। ਠੀਕ ਹੈ ਜੀ, ਉਹਨਾਂ ਨੂੰ ਇਲੀਗਲ ਇਮੀਗ੍ਰੈਂਟਸ ਡਿਕਲੇਅਰ ਕਰ ਦਿੱਤਾ ਗਿਆ ਬਿਕੋਜ਼ ਦੇ ਹੈਵ ਫੇਲਡ ਟੂ ਪ੍ਰੋਵਾਈਡ ਦ ਰਿਕੁਆਇਰਡ ਡਾਕੂਮੈਂਟਸ। ਆਪਣੇ ਕ੍ਰੈਡੈਂਸ਼ੀਅਲਸ ਨੂੰ ਪ੍ਰੂਵ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ। ਕਿਉਂ? ਕਿਉਂਕਿ ਉਹਨਾਂ ਕੋਲ ਜਿਹੜੇ ਰਿਕੁਆਇਰਡ ਦਸਤਾਵੇਜ਼ ਸੀ, ਜਿਹੜੇ ਰਿਕੁਆਇਰਡ ਡਾਕੂਮੈਂਟ ਸੀ, ਉਹਨਾਂ ਦੀ ਘਾਟ ਸੀ, ਜਿਹਦੇ ਕਰਕੇ 3.3 ਕਰੋੜ ਐਪਲੀਕੈਂਟਸ ਦੇ ਵਿੱਚੋਂ ਅਰਾਊਂਡ 19 ਲੱਖ ਪੀਪਲ ਵਰ ਐਕਸਕਲੂਡਡ ਔਰ ਵਰ ਡਿਕਲੇਅਰਡ ਐਜ਼ ਇਲੀਗਲ ਇਮੀਗ੍ਰੈਂਟਸ। ਦੈਨ ਜਦੋਂ ਆਪਾਂ ਇਦਾਂ ਦੀ ਐਕਸਰਸਾਈਜ਼ ਕੀਤੀ ਹੈ, ਕਿਸੇ ਆਧਾਰ ਤੇ ਕੀਤੀ ਹੋ ਹੈ ਨਾ, ਵੀ ਕੋਈ ਇੱਕ ਪਰਟੀਕੂਲਰ ਟਾਈਮ ਹੋਊ ਵੀ ਜਿਹੜੇ ਉਸ ਟਾਈਮ ਤੋਂ ਪਹਿਲਾਂ ਲੋਕ ਅਸਾਮ ਦੇ ਵਿੱਚ ਐਂਟਰ ਹੋ ਚੁੱਕੇ ਨੇ, ਉਹਨਾਂ ਨੂੰ ਅਸੀਂ ਲੀਗਲ ਇਮੀਗ੍ਰੈਂਟਸ ਮੰਨਿਆ ਹੋਊ, ਜਿਹੜੇ ਉਸ ਤੋਂ ਬਾਅਦ ਹੋਏ ਹੋਣਗੇ ਉਹਨਾਂ ਨੂੰ ਅਸੀਂ ਇਲੀਗਲ ਇਮੀਗ੍ਰੈਂਟਸ ਡਿਕਲੇਅਰ ਕੀਤਾ। ਕੁਛ ਨਾ ਕੁਛ ਤਾਂ ਟਾਈਮ ਲਿਮਿਟ ਹੋਊਗੀ ਨਾ ਕੁਛ ਡੈਡਲਾਈਨ ਹੋਊਗੀ, ਕਿਉਂਕਿ ਇਹ ਤਾਂ ਹੈ ਨਹੀਂ ਵੀ ਜਿਹੜੇ ਲੋਕ 10 ਦਿਨ ਪਹਿਲਾਂ ਆਏ ਨੇ ਉਹਨਾਂ ਨੂੰ ਅਸੀਂ ਲੀਗਲ ਮੰਨ ਸਕਦੇ ਹਾਂ, ਨਹੀਂ। ਇਹਨਾਂ ਨੇ ਇਹਦੇ ਲਈ ਇੱਕ ਡੇਟ ਲਾਈਨ, ਇੱਕ ਕੱਟ ਆਫ ਡੇਟ ਫਿਕਸ ਕੀਤੀ ਸੀ, ਦੈਟ ਵਾਜ਼ 25 ਮਾਰਚ 1971। ਜਿਹੜੇ ਲੋਕ 25 ਮਾਰਚ 1971 ਤੋਂ ਪਹਿਲਾਂ ਭਾਰਤ ਦੇ ਵਿੱਚ ਆ ਚੁੱਕੇ ਨੇ ਜਾਂ ਅਸਾਮ ਦੇ ਵਿੱਚ ਆ ਚੁੱਕੇ ਨੇ, ਉਹਨਾਂ ਨੂੰ ਲੀਗਲ ਇਮੀਗ੍ਰੈਂਟਸ ਮੰਨਿਆ ਗਿਆ, ਤੇ ਜਿਹੜੇ ਉਦੋਂ ਬਾਅਦ ਆਏ ਨੇ ਉਹਨਾਂ ਦੇ ਲਈ ਇੱਕ ਡਾਕੂਮੈਂਟਸ ਰੱਖੇ ਗਏ। ਠੀਕ ਹੈ ਜੀ, ਉਹਨਾਂ ਦੇ ਲਈ ਉਹ ਡਾਕੂਮੈਂਟ ਜਿਹੜੇ ਡਿਮਾਂਡ ਕੀਤੇ ਸੀ ਵੀ ਉਹਨਾਂ ਕੋਲ ਪਰਟੀਕੂਲਰ ਡਾਕੂਮੈਂਟਸ ਹੋਣੇ ਚਾਹੀਦੇ ਨੇ, ਉਹ ਚਾਹੇ ਉਹਨਾਂ ਦਾ ਕੋਈ ਲਾਇਸੈਂਸ ਹੋ ਸਕਦਾ, ਉਹਨਾਂ ਦੀਆਂ ਵੋਟਰ ਆਈਡੀਜ਼ ਹੋ ਸਕਦੀਆਂ ਨੇ, ਜਾਂ ਆਧਾਰ ਕਾਰਡ, ਵੀ ਜੋ ਵੀ ਉਹਨਾਂ ਨੇ ਡਾਕੂਮੈਂਟ ਗਵਰਨਮੈਂਟ ਨੇ ਰੱਖੇ, ਅਥਾਰਟੀਜ਼ ਨੇ, ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਉਹਦੇ ਵਿੱਚ ਇਨਕਲੂਡ ਕੀਤਾ ਗਿਆ। ਠੀਕ ਹੈ ਜੀ, ਤੇ 25 ਮਾਰਚ 1971 ਜਿਹੜੀ ਡੇਟ ਹੈ ਇਹ ਕਿਉਂ ਡਿਸਾਈਡ ਕੀਤੀ ਗਈ? ਬਿਕੋਜ਼ 26 ਮਾਰਚ 1971 ਨੂੰ ਬੰਗਲਾਦੇਸ਼ ਬਣਦਾ, ਉਸ ਤੋਂ ਪਹਿਲਾਂ ਈਸਟ ਪਾਕਿਸਤਾਨ ਸੀ ਉੱਥੇ, ਤੇ ਉਹਦੇ ਬਾਅਦ ਉੱਥੇ ਲੜਾਈ ਹੋਈ ਹੈ। ਲੜਾਈ ਹੋਣ ਦੇ ਬਾਅਦ ਬੰਗਲਾਦੇਸ਼ ਇੱਕ ਅੱਡ ਕੰਟਰੀ ਬਣ ਗਈ। ਸੋ 25 ਮਾਰਚ 1971 ਤੋਂ ਪਹਿਲਾਂ ਜਿਹੜੇ ਲੋਕ, ਜਾਂ ਬੰਗਲਾਦੇਸ਼ ਬਣਨ ਤੋਂ ਪਹਿਲਾਂ ਜਿਹੜੇ ਉਸ ਇਲਾਕੇ ਦੇ ਲੋਕ ਭਾਰਤ ਵਿੱਚ ਆ ਚੁੱਕੇ ਸੀ, ਉਹਨਾਂ ਨੂੰ ਅਸੀਂ ਲੀਗਲ ਇਮੀਗ੍ਰੈਂਟਸ ਡਿਕਲੇਅਰ ਕੀਤਾ। ਜਿਹੜੇ ਉਸ ਤੋਂ ਬਾਅਦ ਆਏ ਨੇ ਉਹਨਾਂ ਦੇ ਲਈ ਇਹ ਜੋ NRC ਆ, ਇਹ ਐਕਸਰਸਾਈਜ਼ ਕੀਤੀ ਗਈ ਆ ਉਹਨਾਂ ਦੀ ਲੀਗੈਲਿਟੀ ਨੂੰ ਪ੍ਰੂਵ ਕਰਨ ਦੇ ਲਈ। ਠੀਕ ਹੈ ਜੀ, ਫਿਰ ਆਪਾਂ ਕਹਿ ਲਈਏ ਆਲਦੋ ਦ ਅਪਡੇਟ ਵਾਜ਼ ਕੰਪਲੀਟਡ ਇਨ 2019, 2019 ਦੇ ਵਿੱਚ ਇਹ ਅਪਡੇਟ ਜਿਹੜੇ ਐਕਸਰਸਾਈਜ਼ ਆ ਅਪਡੇਟ ਕਰਨ ਦੀ, ਉਹ ਕੰਪਲੀਟ ਹੋ ਚੁੱਕੀ ਸੀ, ਬਟ ਦ ਪ੍ਰੋਸੈਸ ਇਜ਼ ਔਨ ਪੌਜ਼। ਇਹ ਰੋਕ ਰੱਖਿਆ ਕਿਉਂ? ਬਿਕੋਜ਼ ਇਹਨੂੰ ਹਲੇ ਨੋਟੀਫਾਈ ਨਹੀਂ ਕੀਤਾ, ਇਹਨੂੰ ਅਪਰੂਵ ਨਹੀਂ ਕੀਤਾ। ਇਹਦੀ ਫਾਈਨਲ ਲਿਸਟ ਆ ਜੋ, ਉਹਨੂੰ ਸਾਡੇ ਰਜਿਸਟਰਾਰ ਜਨਰਲ ਆਫ ਇੰਡੀਆ ਨੇ ਹਲੇ ਅਪਰੂਵ ਨਹੀਂ ਕੀਤਾ। ਠੀਕ ਹੈ, ਤੁਹਾਡੇ ਲਈ ਇੱਕ ਹੋਰ ਕੁਐਸਚਨ ਇਹ ਵੀ ਹੈ ਕਿ ਰਜਿਸਟਰਾਰ ਜਨਰਲ ਆਫ ਇੰਡੀਆ ਜੋ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦਾ?
ਰਜਿਸਟਰਾਰ ਜਨਰਲ ਆਫ ਇੰਡੀਆ ਵਰਕਸ ਅੰਡਰ ਵਿਚ ਮਿਨਿਸਟਰੀ ਆਫ ਇੰਡੀਆ ਹੈ ਜੀ? ਕਮੈਂਟ ਕਰਕੇ ਦੱਸਿਓ ਤੁਸੀਂ। ਤੇ ਉਹਨਾਂ ਨੇ ਇਹਦੀ ਐਕਸਰਸਾਈਜ਼ ਨੂੰ ਰੋਕ ਰੱਖਿਆ। ਕਿਉਂ ਰੋਕ ਰੱਖਿਆ? ਬਿਕੋਜ਼ ਇਹਦੇ ਅਗੇਂਸਟ ਕਾਫੀ ਪ੍ਰੋਟੈਸਟਸ ਹੋਈਆਂ। ਪ੍ਰੋਟੈਸਟ ਹੋਣ ਦਾ ਇੱਕ ਕਾਰਨ ਸੀ ਦ ਲਾਰਜ ਨੰਬਰ ਆਫ ਹਿੰਦੂਜ਼ ਦੇ ਹੈਵ ਬੀਨ ਐਕਸਕਲੂਡਡ ਫਰੋਮ ਦ ਲਿਸਟ, ਜਿਹਦੇ ਕਰਕੇ ਲੋਕਾਂ ਨੇ ਪ੍ਰੋਟੈਸਟ ਕੀਤੀ ਅਗੇਂਸਟ ਦ ਵੈਲਿਡਿਟੀ ਅਗੇਂਸਟ ਦ ਲੀਗੈਲਿਟੀ ਆਫ ਦਿਸ ਲਿਸਟ ਔਰ ਦਿਸ ਰਜਿਸਟਰ। ਠੀਕ ਹੈ ਜੀ, ਜਿਹਦੇ ਕਰਕੇ ਸਾਡੇ ਰਜਿਸਟਰਾਰ ਜਨਰਲ ਨੇ ਹਲੇ ਇਸ ਐਕਸਰਸਾਈਜ਼ ਨੂੰ, ਇਹਦੀ ਲਿਸਟ ਨੂੰ ਅਪਰੂਵ ਨਹੀਂ ਕੀਤਾ। ਪਲੱਸ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਵੀ ਡਿਕਲੇਅਰ ਕੀਤਾ ਕਿ ਅਸਾਮ ਦੇ ਵਿੱਚ ਜਿਹੜੀ NRC ਐਕਸਰਸਾਈਜ਼ ਆ ਉਹਨੂੰ ਦੁਬਾਰਾ ਕੰਡਕਟ ਕੀਤਾ ਜਾਊਗਾ। ਦੈਨ ਇਸ਼ੂਜ਼ ਫਲੈਗਡ ਬਾਈ ਕੈਗ, ਜਿਹੜਾ ਕੈਗ ਨੇ ਰੀਸੈਂਟਲੀ ਇਹਦੇ ਰਿਗਾਰਡਿੰਗ ਕੁਛ ਇਸ਼ੂਜ਼ ਨੂੰ, ਕੁਛ ਮੁੱਦਿਆਂ ਨੂੰ ਉਠਾਇਆ। ਉਹ ਕਿਹੜੇ ਮੁੱਦੇ ਨੇ ਜੀ? ਫਸਟ ਵਨ ਇਜ਼ ਦ ਕਾਸਟ ਓਵਰਰਨ। ਬਿਕੋਜ਼ ਜਦੋਂ 2014 ਦੇ ਵਿੱਚ ਇਹ ਐਕਸਰਸਾਈਜ਼ ਕੰਡਕਟ ਕਰਨ ਦੀ ਗੱਲ ਹੋਈ ਸੀ, ਉਦੋਂ ਜਿਹੜਾ ਹੀ ਇਹਦੇ 'ਤੇ ਖਰਚਾ ਹੋਣਾ ਸੀ, ਜਿਹੜੀ ਕਾਸਟ ਇਹ 'ਤੇ ਇੰਕਰ ਹੋਣੀ ਸੀ, ਐਕਸਪੈਂਡੀਚਰ ਹੋਣਾ ਸੀ, ਉਹ ਐਕਸਪੈਕਟ ਕੀਤਾ ਗਿਆ ਸੀ ਅਰਾਊਂਡ 288 ਕਰੋੜ ਰੁਪੀਜ਼ ਐਕਸਪੈਕਟ ਕੀਤੇ ਗਏ ਸੀ, ਜਿਹੜੇ ਫਾਈਨਲੀ 2019 ਦੇ ਵਿੱਚ ਪਹੁੰਚ ਗਏ ਅਰਾਊਂਡ 1602 ਕਰੋੜ। ਠੀਕ ਹੈ ਜੀ, ਇਹ ਕਹਿੰਦੇ ਬਹੁਤ ਜ਼ਿਆਦਾ ਖਰਚਾ ਜਿਹੜਾ ਐਕਸਪੈਕਟਡ ਸੀ ਉਹ ਤੋਂ ਬਹੁਤ ਜ਼ਿਆਦਾ ਖਰਚਾ ਹੋਇਆ, ਜੋ ਇੱਕ ਕੈਗ ਨੇ ਜੋ ਇੱਕ ਇਸ਼ੂ ਉਠਾਇਆ। ਠੀਕ ਹੈ ਜੀ, ਇੱਕ ਇਸ਼ੂ ਇਹ ਹੋ ਗਿਆ। ਸੈਕੰਡ ਇਜ਼ ਵਾਇਲੇਸ਼ਨ ਆਫ ਪ੍ਰੋਵੀਜ਼ਨਸ ਆਫ ਮਿਨੀਮਮ ਵੇਜਿਸ ਐਕਟ ਬਾਏ ਵਿਪਰੋ ਲਿਮਟਿਡ। ਵਿਪਰੋ ਲਿਮਟਿਡ ਇੱਕ ਕੰਪਨੀ ਸੀ ਜਿਹਨੂੰ ਇਸ ਐਕਸਰਸਾਈਜ਼ ਨੂੰ ਕੰਡਕਟ ਕਰਨ ਦੇ ਲਈ ਹਾਇਰ ਕੀਤਾ ਗਿਆ। ਉਹਨਾਂ ਨੇ ਜਿਹੜੇ ਇੰਪਲੋਏ ਕੀਤੇ ਸੀ ਇਸ ਐਕਸਰਸਾਈਜ਼ ਦੇ ਦੌਰਾਨ, ਉਹਨਾਂ ਨੂੰ ਮਿਨੀਮਮ ਵੇਜਿਸ ਦਿੱਤੇ ਨੇ, ਉਹ ਮਿਨੀਮਮ ਵੇਜਿਸ ਐਕਟ ਦੇ ਜੋ ਪ੍ਰੋਵੀਜ਼ਨਸ ਨੇ ਉਹਨਾਂ ਤੋਂ ਘੱਟ ਨੇ। ਦੈਟਸ ਵਾਈ ਕੈਗ ਨੇ ਕਿਹਾ ਕਿ ਮਿਨੀਮਮ ਵੇਜਿਸ ਐਕਟ ਨੂੰ ਇਹਨਾਂ ਨੇ ਪ੍ਰੋਵੀਜ਼ਨਸ ਨੂੰ, ਉਸ ਐਕਟ ਦੀਆਂ ਪ੍ਰੋਵੀਜ਼ਨਸ ਨੂੰ ਵਾਇਲੇਟ ਕੀਤਾ। ਦੈਨ ਲਾਸਟ, ਥ੍ਰੈਟਸ ਟੂ ਡੇਟਾ ਸਿਕਿਉਰਿਟੀ, ਕਿਉਂਕਿ ਬਹੁਤ ਸਾਰਾ ਡੇਟਾ ਇਕੱਠਾ ਹੋ ਚੁੱਕਿਆ ਇਸ ਐਕਸਰਸਾਈਜ਼ ਦੇ ਦੌਰਾਨ। 3 ਕਰੋੜ ਐਪਲੀਕੈਂਟਸ ਜਿਹਦੇ ਤਾਂ ਦੇਖੋ ਕਿੰਨਾ ਡੇਟਾ ਇਕੱਠਾ ਹੋਇਆ, ਉਹਨਾਂ ਦੇ ਡਾਕੂਮੈਂਟਸ ਹੋਣਗੇ ਹੈ ਨਾ, ਜੋ ਉਹਨਾਂ ਦੇ ਲਈ ਬਹੁਤ ਵਾਈਟਲ ਹੋਣਗੇ, ਕੁਝ ਬੈਂਕ ਦੀਆਂ ਡਿਟੇਲਸ ਹੋਣੀਆਂ, ਜਾਂ ਉਹਨਾਂ ਦੇ ਹੋਰ ਜਿਹੜੇ ਆਪਣੇ ਪਰਸਨਲ ਇਨਫੋਰਮੇਸ਼ਨ ਦੇ ਰਿਗਾਰਡਿੰਗ ਡੇਟਾ ਗਾ, ਉਸ ਡੇਟਾ ਦੀ ਸਿਕਿਉਰਿਟੀ ਦੇ ਵੀ ਕੁਐਸਚਨ ਉਠਾਏ ਜਾ ਰਹੇ ਨੇ। ਕਿਉਂ ਉਠਾਏ ਜਾ ਰਹੇ ਨੇ? ਬਿਕੋਜ਼ ਐਡੀਸ਼ਨ ਆਫ ਲਾਰਜ ਨੰਬਰ ਆਫ ਸੌਫਟਵੇਅਰ ਯੂਟਿਲਿਟੀਜ਼ ਇਨਟੂ ਦਾ ਕੋਰ ਸੌਫਟਵੇਅਰ। ਜਿਹੜਾ ਇੱਕ ਕੋਰ ਸੌਫਟਵੇਅਰ ਆ ਜਿਹਨੂੰ ਯੂਜ਼ ਕੀਤਾ ਗਿਆ ਇਸ ਐਕਸਰਸਾਈਜ਼ ਨੂੰ ਕੰਡਕਟ ਕਰਨ ਦੇ ਲਈ, ਜਾਂ ਜੋ ਵੀ ਡੇਟਾ ਸੀ ਉਹਨੂੰ ਰਿਕਾਰਡ ਕਰਨ ਦੇ ਲਈ, ਉਹਦੇ 'ਚ ਨੰਬਰ ਆਫ ਸੌਫਟਵੇਅਰ ਯੂਟਿਲਿਟੀਜ਼ ਐਡ ਕੀਤੀਆਂ ਗਈਆਂ। ਠੀਕ ਹੈ ਜੀ, ਤੇ ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਕਿ ਮਲਟੀਪਲ ਸੌਫਟਵੇਅਰ ਯੂਟਿਲਿਟੀਜ਼ ਨੂੰ ਯੂਜ਼ ਕੀਤਾ ਗਿਆ ਉਸ ਕੋਰ ਸੌਫਟਵੇਅਰ ਦੇ ਵਿੱਚ ਡੇਟਾ ਐਡ ਕਰਨ ਦੇ ਲਈ, ਜਿਹਨੂੰ ਇਟ ਵਾਜ਼ ਕੰਸੀਡਰਡ ਐਜ਼ ਡਨ ਵਿਦਾਊਟ ਫੋਲੋਇੰਗ ਦਾ ਡਿਊ ਪ੍ਰੋਸੈਸ ਆਫ ਸੌਫਟਵੇਅਰ ਡਿਵੈਲਪਮੈਂਟ। ਠੀਕ ਹੈ, ਜਿਹਦੇ ਕਰਕੇ ਡੇਟਾ ਸਿਕਿਉਰਿਟੀ ਤੇ ਵੀ ਕੁਐਸਚਨ ਉਠਾਏ ਜਾ ਰਹੇ ਨੇ ਬਾਏ ਕੈਗ। ਤੇ ਹੁਣ ਅਸੀਂ ਗੱਲ ਕਰਦੇ ਹਾਂ ਅਬਾਊਟ ਸਿਟੀਜ਼ਨਸ਼ਿਪ, ਕਿਉਂਕਿ ਸਿਟੀਜ਼ਨਸ਼ਿਪ ਦੀ ਗੱਲ ਹੋ ਰਹੀ ਹੈ ਸਾਰੀ, ਇਹਦੇ 'ਚ ਤਾਂ ਆਪਾਂ ਸਾਡੇ ਲਈ ਇੰਪੋਰਟੈਂਟ ਹੋ ਜਾਂਦਾ ਇਹ। ਸਿਟੀਜ਼ਨਸ਼ਿਪ ਹੈ ਜੋ ਪਾਰਟ 2 ਆਫ ਦਾ ਕਨਸਟੀਟਿਊਸ਼ਨ, ਜਿਹਦੇ ਅੰਡਰ ਆਰਟੀਕਲ 5 ਤੋਂ 11 ਨੇ ਜੀ, ਉਹ ਆਰਟੀਕਲ ਤੇ 5 ਤੋਂ 11 ਆਰਟੀਕਲ ਤੇ ਪਾਰਟ 2 ਆਫ ਦਾ ਕਨਸਟੀਟਿਊਸ਼ਨ ਡੀਲਸ ਵਿਦ ਇੰਡੀਅਨ ਸਿਟੀਜ਼ਨਸ਼ਿਪ ਐਂਡ ਆਰਟੀਕਲ 11 ਇੰਪਾਵਰਸ ਦਾ ਪਾਰਲੀਮੈਂਟ। ਧਿਆਨ ਰੱਖਿਓ, ਸਿਰਫ ਪਾਰਲੀਮੈਂਟ ਨੂੰ ਇੰਪਾਵਰ ਕਰਦਾ, ਸਟੇਟ ਲੈਜਿਸਲੇਚਰ ਨੂੰ ਇੰਪਾਵਰ ਨਹੀਂ ਕਰਦਾ। ਤੁਹਾਨੂੰ ਪੁੱਛਿਆ ਜਾ ਸਕਦਾ ਕਿ ਆਰਟੀਕਲ 11 ਇੰਪਾਵਰਸ ਬੋਥ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ। ਨਹੀਂ ਜੀ, ਆਰਟੀਕਲ 11 ਓਨਲੀ ਪਾਰਲੀਮੈਂਟ ਨੂੰ ਇੰਪਾਵਰ ਕਰਦਾ ਟੂ make a law with respect to or to control the rights of Indian citizenship. Indian citizenship ਦੇ ਰਿਗਾਰਡਿੰਗ ਜੋ ਵੀ ਪ੍ਰੋਵੀਜ਼ਨਸ ਰੱਖਣੀਆਂ ਨੇ ਉਹਨਾਂ ਨੂੰ ਬਣਾਉਣ ਦੇ ਲਈ ਇੱਕ ਕਾਨੂੰਨ ਬਣਾਉਣ ਦੀ ਜੋ ਪਾਵਰ ਆ ਕਿਹਨੂੰ ਦਿੱਤੀ ਗਈ ਆ? ਉਹ ਪਾਰਲੀਮੈਂਟ ਨੂੰ ਦਿੱਤੀ ਗਈ ਆ ਆਰਟੀਕਲ 11 ਦੇ ਤਹਿਤ। empowers the parliament to regulate the right of citizenship by law under it। ਇਸ ਪਾਵਰ ਦੇ ਅੰਡਰ ਪਾਰਲੀਮੈਂਟ ਨੇ ਸਿਟੀਜ਼ਨਸ਼ਿਪ ਐਕਟ 1955 ਜੋ ਇਨੈਕਟ ਕੀਤਾ। ਦ ਐਕਟ ਹੈਜ਼ ਬੀਨ ਅਮੈਂਡਡ ਫਰੋਮ ਟਾਈਮ ਟੂ ਟਾਈਮ, ਇਹਨੂੰ ਕਈ ਵਾਰੀ ਅਮੈਂਡ ਕੀਤਾ ਜਾ ਚੁੱਕਿਆ। ਤੇ ਜਿਹੜੀ ਲਾਸਟ ਅਮੈਂਡਮੈਂਟ ਇਹਦੇ 'ਚ, ਜਿਹੜੀ ਲਾਸਟ ਸਭ ਤੋਂ ਲੇਟੈਸਟ ਇਹਦੇ 'ਚ ਸੋਧ ਹੋਈ ਆ ਉਹ ਹੋਈ ਆ 2019 ਦੇ ਵਿੱਚ, ਜਿਹਨੂੰ ਅਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਕਹਿੰਦੇ ਆ। ਤੇ ਕਿਉਂ ਕੀਤਾ ਗਿਆ ਜੀ ਇਹ? ਇਟ ਵਾਜ਼ ਟੂ ਗ੍ਰਾਂਟ ਇੰਡੀਅਨ ਸਿਟੀਜ਼ਨਸ਼ਿਪ ਟੂ 6 ਰਿਲੀਜੀਅਸ ਮਾਈਨੋਰਿਟੀਜ਼ ਜਿਹੜੀਆਂ ਬਿਲੋਂਗ ਕਰਦੀਆਂ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ। ਇਹਨਾਂ 3 ਦੇਸ਼ਾਂ ਤੋਂ ਜਿਹੜੀਆਂ 6 ਰਿਲੀਜੀਅਸ ਮਾਈਨੋਰਿਟੀਜ਼ ਨੇ, ਜਿਹੜੀਆਂ ਆਪਣੇ ਮੁਲਕ ਦੇ ਵਿੱਚ ਪ੍ਰੋਸੀਕਿਊਟਡ ਨੇ, ਜਿਨ੍ਹਾਂ ਦੇ ਅਗੇਂਸਟ ਜੋ ਮੈਜੋਰਿਟੀਜ਼ ਨੇ ਉਹ ਗਲਤ ਕਹਿ ਲਓ ਵਿਵਹਾਰ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ ਹੈ ਨਾ, ਉਹਨਾਂ ਨੂੰ ਇੰਡੀਅਨ ਸਿਟੀਜ਼ਨਸ਼ਿਪ ਦੇਣ ਦੇ ਲਈ 2019 ਦੇ ਵਿੱਚ ਇਸ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ। ਉਹ ਕਿਹੜੀਆਂ-ਕਿਹੜੀਆਂ 6 ਕਮਿਊਨਿਟੀਜ਼ ਨੇ? ਦੀਜ਼ ਆਰ ਹਿੰਦੂ, ਸਿੱਖ,
ਪਾਰਸੀਜ਼, ਕ੍ਰਿਸਚੀਅਨਸ, ਬੁੱਧਿਸਟ ਐਂਡ ਜੈਨ। ਠੀਕ ਹੈ ਜੀ, ਇਹ 6 ਕਮਿਊਨਿਟੀਜ਼ ਨੇ। ਨਾਨ ਮੁਸਲਿਮ ਕਮਿਊਨਿਟੀ ਨੇ, ਧਿਆਨ ਰੱਖਿਓ। ਤੇ ਇਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਥੋੜ੍ਹੀਆਂ ਕਲਾਸਿਸ ਪਹਿਲਾਂ ਹੀ ਸਾਡੀਆਂ ਜੋ ਕਰੰਟ ਅਫੇਅਰ ਦੀ ਇਸ ਤੋਂ ਲਾਸਟ ਵੀਕ ਦੇ ਵਿੱਚ ਸਾਡੀਆਂ ਜੋ ਕਲਾਸਿਸ ਹੋਈਆਂ ਸੀ ਉਹਨਾਂ ਦੇ ਵਿੱਚ ਅਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਨੂੰ ਡਿਟੇਲ 'ਚ ਡਿਸਕਸ ਕੀਤਾ ਸੀ, ਸੋ ਤੁਸੀਂ ਉਹ ਵੀ ਦੇਖ ਸਕਦੇ ਹੋ। ਠੀਕ ਹੈ ਜੀ, ਤੇ ਫਿਰ ਆਪਾਂ ਗੱਲ ਕਰਦੇ ਹਾਂ ਐਕੁਜੀਸ਼ਨ ਆਫ ਸਿਟੀਜ਼ਨਸ਼ਿਪ ਦੀ, ਵੀ ਸਿਟੀਜ਼ਨਸ਼ਿਪ ਜੇ ਭਾਰਤ ਦੀ ਨਾਗਰਿਕਤਾ ਅਸੀਂ ਲੈਣੀ ਆ ਤਾਂ ਉਹਨਾਂ ਦੇ ਲਈ ਕਿਹੜੇ ਕਿਹੜੇ ਤਰੀਕੇ ਨੇ। ਇਹ ਜਿਹੜੇ ਤਰੀਕੇ ਨੇ ਧਿਆਨ ਰੱਖਿਓ, ਇਹ ਪਾਰਲੀਮੈਂਟਰੀ ਐਕਟ ਦੇ ਅੰਡਰ ਪ੍ਰੋਵਾਈਡ ਕੀਤੇ ਗਏ ਨੇ, ਕੌਨਸਟੀਟਿਊਸ਼ਨ ਦੇ ਅੰਡਰ ਨਹੀਂ ਪ੍ਰੋਵਾਈਡ ਕੀਤੇ ਗਏ। ਕੌਨਸਟੀਟਿਊਸ਼ਨ ਨੇ ਸਿਰਫ ਪਾਰਲੀਮੈਂਟ ਨੂੰ ਇੰਪਾਵਰ ਕੀਤਾ ਤੇ ਪਾਰਲੀਮੈਂਟ ਨੇ ਅੱਗੇ ਕਾਨੂੰਨ ਬਣਾਇਆ। ਉਸ ਕਾਨੂੰਨ ਦੇ ਤਹਿਤ ਇਹ 6 ਤਰੀਕੇ ਨੇ ਇੰਡੀਅਨ ਸਿਟੀਜ਼ਨਸ਼ਿਪ ਐਕਵਾਇਰ ਕਰਨ ਦੇ। ਕਿਹੜੇ ਕਿਹੜੇ ਨੇ ਜੀ? ਬਾਈ ਬਰਥ, ਬਾਈ ਡਿਸੈਂਟ, ਬਾਈ ਰਜਿਸਟ੍ਰੇਸ਼ਨ, ਬਾਈ ਨੈਚੁਰਲਾਈਜੇਸ਼ਨ, ਬਾਈ ਇਨਕੋਰਪੋਰੇਸ਼ਨ ਆਫ ਟੈਰੀਟਰੀ। ਠੀਕ ਹੈ ਜੀ, ਇਹ 5 ਤਰੀਕੇ ਨੇ, ਬਾਈ ਬਰਥ, ਬਾਈ ਡਿਸੈਂਟ, ਬਾਈ ਰਜਿਸਟ੍ਰੇਸ਼ਨ, by naturalization and by incorporation of territory. Then loss of citizenship, ਜੇ ਭਾਰਤੀ ਨਾਗਰਿਕਤਾ ਖੋਏ ਜਾਣ ਦੇ ਕਿਹੜੇ ਕਿਹੜੇ ਤਰੀਕੇ ਨੇ, ਕਿਹੜੇ ਕਿਹੜੇ ਤਰੀਕਿਆਂ ਨਾਲ ਭਾਰਤੀ ਨਾਗਰਿਕਤਾ ਕਿਸੇ ਦੀ ਖਤਮ ਹੋ ਸਕਦੀ ਹੈ। ਉਹਦੇ 3 ਤਰੀਕੇ ਨੇ ਮੇਨ। ਬਾਈ ਰਿਨੰਸ਼ੀਏਸ਼ਨ, ਮਤਲਬ ਮੈਂ ਭਾਰਤੀ ਨਾਗਰਿਕ ਹਾਂ ਬਟ ਮੈਂ ਹੁਣ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਤਾਂ ਮੈਂ ਆਪਣੀ ਭਾਰਤੀ ਨਾਗਰਿਕਤਾ ਨੂੰ, ਆਪਣੀ ਇੰਡੀਅਨ ਸਿਟੀਜ਼ਨਸ਼ਿਪ ਨੂੰ ਰਿਨਾਊਂਸ ਕਰ ਦੂੰਗਾ। ਸੈਕਿੰਡ ਬਾਈ ਟਰਮੀਨੇਸ਼ਨ, ਮਤਲਬ ਮੈਂ ਇੰਡੀਅਨ ਸਿਟੀਜ਼ਨਸ਼ਿਪ ਲੈ ਲਈ, ਮੈਂ ਇੰਡੀਅਨ ਸਿਟੀਜ਼ਨ ਸੀਗਾ ਬਟ ਉਹਦੇ ਬਾਅਦ ਮੈਂ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਲਈ, ਬਟ ਬਾਵਜੂਦ ਉਹਦੇ ਕਿ ਮੈਂ ਇੰਡੀਅਨ ਸਿਟੀਜ਼ਨਸ਼ਿਪ ਨੂੰ ਰਿਨਾਊਂਸ ਨਹੀਂ ਕੀਤਾ, ਮੈਂ ਛੱਡਿਆ ਨਹੀਂ, ਤਾਂ ਜਿਹੜੀ ਇੰਡੀਅਨ ਗਵਰਨਮੈਂਟ ਆ ਉਹ ਮੇਰੀ ਇੰਡੀਅਨ ਸਿਟੀਜ਼ਨਸ਼ਿਪ ਨੂੰ ਟਰਮੀਨੇਟ ਕਰ ਸਕਦੀ ਹੈ, ਉਹਨੂੰ ਖਤਮ ਕਰ ਸਕਦੀ ਆ। ਦੈਨ ਬਾਈ ਡਿਪਰਾਈਵੇਸ਼ਨ, ਮਤਲਬ ਮੈਂ ਇੰਡੀਅਨ ਸਿਟੀਜ਼ਨਸ਼ਿਪ ਜਾਂ ਭਾਰਤੀ ਨਾਗਰਿਕਤਾ ਕਿਸੇ ਗਲਤ ਤਰੀਕੇ ਨਾਲ ਲਿੱਤੀ ਸੀ, ਕਿਸੇ ਅਵੈਧ ਢੰਗ ਨਾਲ ਮੈਂ ਭਾਰਤੀ ਨਾਗਰਿਕਤਾ ਲੈ ਲਈ। ਜਦੋਂ ਸਰਕਾਰ ਨੂੰ, ਸਾਡੀਆਂ ਅਥਾਰਟੀਜ਼ ਨੂੰ ਉਹਦੇ ਬਾਰੇ ਪਤਾ ਲੱਗਿਆ ਤਾਂ ਉਹ ਮੈਨੂੰ ਮੇਰੀ ਭਾਰਤੀ ਨਾਗਰਿਕਤਾ ਤੋਂ ਵਾਂਝਾ ਕਰ ਦੇਣਗੇ, ਡਿਪਰਾਈਵ ਕਰ ਦੇਣਗੇ। ਠੀਕ ਹੈ ਜੀ, ਇਹ 3 ਤਰੀਕੇ ਨੇ। ਇਹ ਤਿੰਨੋਂ ਵੀ ਪਾਰਲੀਮੈਂਟਰੀ ਐਕਟ ਆ ਜੋ ਇੰਡੀਅਨ ਸਿਟੀਜ਼ਨਸ਼ਿਪ ਐਕਟ 1955 ਆ ਉਹਦੇ ਅੰਡਰ ਹੀ ਮੈਂਸ਼ਨ ਨੇ। ਧਿਆਨ ਰੱਖਿਓ, ਇਹ ਕੌਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨਹੀਂ ਹੈ। ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ। ਤੇ ਫਿਰ ਜਿਹੜੀ ਆਪਾਂ ਗੱਲ ਕੀਤੀ ਸੀ, ਜਿਹੜੇ ਸਾਡੀਆਂ ਫੰਡਾਮੈਂਟਲ ਰਾਈਟਸ ਨੇ ਜਿਹੜੀਆਂ ਸਿਰਫ ਓਨਲੀ ਇੰਡੀਅਨ ਸਿਟੀਜ਼ਨਸ਼ਿਪ ਨੂੰ ਅਵੇਲੇਬਲ ਨੇ, ਉਹ ਕਿਹੜੀਆਂ ਕਿਹੜੀਆਂ ਨੇ ਜੀ? ਧਿਆਨ ਰੱਖਿਓ, ਇਹ ਵੀ ਬਹੁਤ ਇੰਪੋਰਟੈਂਟ ਆ, ਇਹ ਪਤਾ ਹੋਣੀ ਚਾਹੀਦੀਆਂ ਤੁਹਾਨੂੰ। ਆਰਟੀਕਲ 15, 16, 19, 29 ਤੇ 30। ਠੀਕ ਹੈ ਜੀ, ਇਹ 5 ਆਰਟੀਕਲ ਨੇ ਜੋ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਨੇ। 15 ਹੈਗਾ ਇਕੁਐਲਿਟੀ ਇਨ ਅਪੋਰਚੁਨਿਟੀ, 16 ਹੈਗਾ ਇਕੁਐਲਿਟੀ ਇਨ ਅਪੋਰਚੁਨਿਟੀ ਫॉर ਪਬਲਿਕ ਸਰਵਿਸਿਜ਼, ਤੇ ਐਜੂਕੇਸ਼ਨ ਹੋ ਗਿਆ। 19 ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ, ਫਰੀडम ਆਫ ਸਪੀਚ ਹੋ ਗਿਆ। ਇਹਦੇ ਅੰਡਰ ਆਪਣੇ ਕੋਲੇ 5, ਇਹਦੇ ਅੰਡਰ ਅੱਗੇ 6 ਰਾਈਟਸ ਨੇ। 29 ਤੇ 30 ਮਾਈਨੋਰਿਟੀ ਤੇ ਕਲਚਰਲ ਰਾਈਟਸ ਨੇ। ਇਹ ਜਿਹੜੀਆਂ 5 ਅਧਿਕਾਰ ਨੇ ਸਾਡੇ ਫੰਡਾਮੈਂਟਲ ਰਾਈਟਸ ਨੇ, ਇਹ ਓਨਲੀ ਇੰਡੀਅਨ ਸਿਟੀਜ਼ਨਸ ਨੂੰ ਹੀ ਅਵੇਲੇਬਲ ਨੇ। ਧਿਆਨ ਰੱਖਿਓ, ਬਹੁਤ ਇੰਪੋਰਟੈਂਟ, ਇਹ ਵੀ ਪੁੱਛੇ ਜਾ ਸਕਦੇ ਨੇ। ਤੇ ਫਿਰ ਅਸੀਂ ਗੱਲ ਕਰ ਲਈਏ ਕੈਗ ਦੀ, ਬਿਕੋਜ਼ ਅਸੀਂ ਕੈਗ ਬਾਰੇ ਵੀ ਡਿਸਕਸ ਕੀਤਾ। ਤਾਂ ਕੈਗ ਕੀ ਹੈ? ਕੰਪਟਰੋਲਰ ਐਂਡ ਆਡਿਟ ਜਨਰਲ ਆਫ ਇੰਡੀਆ is one of the constitutional offices of India। ਪਹਿਲੀ ਗੱਲ, ਇਹ ਕੌਨਸਟੀਟਿਊਸ਼ਨ, ਇਹ ਸੰਵਿਧਾਨਿਕ ਬੋਡੀ ਆ ਜਿਹਨੂੰ ਆਰਟੀਕਲ 148 ਦੇ ਅੰਡਰ ਕੌਨਸਟੀਟਿਊਟ ਕੀਤਾ ਗਿਆ। ਠੀਕ ਹੈ ਜੀ, ਆਰਟੀਕਲ 148 ਆਫ ਦਾ ਕੌਨਸਟੀਟਿਊਸ਼ਨ ਪ੍ਰੋਵਾਈਡਸ ਫॉर ਕੌਨਸਟੀਟਿਊਸ਼ਨ ਆਫ ਆਫਿਸ, ਪ੍ਰੋਵਾਈਡਸ ਫॉर ਐਸਟੈਬਲਿਸ਼ਮੈਂਟ ਆਫ ਕੰਪਟਰੋਲਰ ਐਂਡ ਆਡਿਟ ਜਨਰਲ ਆਫ ਇੰਡੀਆ। ਤੇ ਜੋ ਕੈਗ ਆ, ਜੋ ਇੱਕ ਆਫਿਸ ਆ ਜਾਂ ਇੱਕ ਆਫਿਸਰ ਆ ਕਹਿ ਲਓ, ਇਹਨੂੰ ਅਪਾਇੰਟ ਕੌਣ ਕਰਦਾ ਜੀ? ਇਟ ਇਜ਼ ਅਪਾਇੰਟਡ ਬਾਈ ਪ੍ਰੈਜ਼ੀਡੈਂਟ। ਤੇ ਆਰਟੀਕਲ 148 ਤੋਂ 151 ਜਿਹੜੇ ਆਰਟੀਕਲ ਨੇ, ਆਰਟੀਕਲ 148 to 151 ਡੀਲਸ ਵਿਦ ਆਫਿਸ ਆਫ ਕੈਗ। ਧਿਆਨ ਰੱਖਿਓ, ਯੂਨੀਅਨ ਗਵਰਨਮੈਂਟ ਜੋ ਸਾਡਾ ਪਾਰਟ 5 ਹੈ ਜਿਹੜਾ ਯੂਨੀਅਨ ਨਾਲ ਡੀਲ ਕਰਦਾ, ਉਹਦੇ 'ਚ ਆਰਟੀਕਲ 148 to 151 ਨੇ ਜਿਹੜੇ ਕਾਹਦੀ ਗੱਲ ਕਰਦੇ ਨੇ? ਜਿਹੜੇ ਗੱਲ ਕਰਦੇ ਨੇ ਆਫਿਸ ਆਫ ਦਾ ਕੰਪਟਰੋਲਰ ਐਂਡ ਆਡਿਟ ਜਨਰਲ ਆਫ ਇੰਡੀਆ ਦੀ। ਠੀਕ ਹੈ, ਤੇ ਕੈਗ ਇਜ਼ ਦਾ ਹੈਡ ਆਫ ਇੰਡੀਅਨ ਆਡਿਟ ਐਂਡ ਅਕਾਊਂਟਸ ਡਿਪਾਰਟਮੈਂਟ ਐਂਡ ਇਜ਼ ਅਪਾਇੰਟਡ ਬਾਈ ਪ੍ਰੈਜ਼ੀਡੈਂਟ। He is called the guardian of the public purse। ਠੀਕ ਹੈ ਜੀ, ਪਬਲਿਕ ਪਰਸ ਦਾ ਇਹਨੂੰ ਗਾਰਜੀਅਨ ਮੰਨਿਆ ਜਾਂਦਾ, ਜਿਹਦੇ ਕਰਕੇ ਇਹਨਾਂ ਨੇ ਹੁਣ ਕਹਿ ਲਓ ਕੋਸਟ ਓਵਰਰਨ ਦੀ ਗੱਲ ਕੀਤੀ ਆ। NRC ਐਕਸਰਸਾਈਜ਼ ਜਿਹੜੀ ਅਸਾਮ 'ਚ ਕੰਡਕਟ ਹੋਈ ਆ ਉਹਦੇ ਦੌਰਾਨ। ਕਿਉਂ? ਕਿਉਂਕਿ ਇਹ ਆਡਿਟ ਜਨਰਲ ਆ, ਇਹ ਸਾਡੇ ਅਕਾਊਂਟਸ ਨੂੰ ਆਡਿਟ ਕਰਦਾ। ਇਹ ਸਾਡੀਆਂ ਜਿਹੜੀਆਂ ਗਵਰਨਮੈਂਟ ਐਕਸਰਸਾਈਜ਼ਸ ਨੇ, ਗਵਰਨਮੈਂਟ ਦੀਆਂ ਬੋਡੀਜ਼ ਨੇ, ਪਲੱਸ ਕੁਝ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ, ਉਹਨਾਂ ਦੇ ਖਾਤਿਆਂ ਨੂੰ ਆਡਿਟ ਕਰਦਾ ਇਹ ਆਫਿਸ, ਜਿਹਨੂੰ ਅਸੀਂ ਕੈਗ ਕਹਿੰਦੇ ਆ, ਜੋ ਇੱਕ ਸੰਵਿਧਾਨਿਕ ਬੋਡੀ ਆ। ਪਲੱਸ ਜਿਹੜੀ ਦੀ ਅਪਾਇੰਟਮੈਂਟ ਹੈ ਇਹਨੂੰ ਪ੍ਰੈਜ਼ੀਡੈਂਟ ਅਪਾਇੰਟ ਕਰਦਾ। ਇਹਦੀ ਟਰਮ ਹੁੰਦੀ ਆ 6 years ਔਰ ਟਿਲ ਦਾ ਏਜ ਆਫ 65, ਜਿਹੜੀ ਵੀ ਪਹਿਲਾਂ ਹੋਊ। ਤੇ ਇਹਨਾਂ ਦੇ ਜਿਹੜੀਆਂ ਵੀ ਇਹਨਾਂ ਨੂੰ ਇੰਡੀਪੈਂਡੈਂਸ ਦਿੱਤਾ ਗਿਆ, ਇਹਨਾਂ ਦੇ
कह लो रिमूवल का प्रोसीजर आ वो हैगा सेम एज दैट ऑफ अ जज ऑफ अ सुप्रीम कोर्ट। जो सुप्रीम कोर्ट के जजिज ਨੂੰ सेफ्टी प्रोविजनस दिते गए हैं विद रिस्पैक्ट टू देयर रिमूवल, ਉਹੀ सेफ्टी प्रोसीजर ਸਾਡੇ कैग ਲਈ भी प्रोवाइड किए गए हैं। कैग इंपॉर्टेंट बॉडी है, पेपर ਦੇ ਵਿੱਚ ਪੁੱਛੀ ਜਾਂਦੀ ਹੈ ਬਹੁਤ ਵਾਰੀ, ठीक है। सो ਇਹਨੂੰ भी ध्यान ना कर लियो। द नेक्स्ट टॉपिक इज IUCN रेड लिस्ट and the question from this is which of the following statement is correct? First, IUCN is an organ of United Nations and cites Convention on International Trade in Endangered Species of Flora and Fauna is an international agreement between the governments। पहली स्टेटमेंट ਤੁਹਾਨੂੰ ਕਹਿੰਦੀ ਹੈ ਕਿ IUCN ਆ ਜੋ ਉਹ ਇੱਕ UN ਦਾ organ ਆ, प्लस जो cites है वो एक international agreement आ between the governments। Second statement, cites is legally binding on the states that have joined it। ਜਿਹੜੀਆਂ states ਨੇ cites ਜੋ ਕਨਵੈਨਸ਼ਨ ਆ ਉਹਨੂੰ ਜੁਆਇਨ ਕਰ ਲਿਆ, ਉਹਨਾਂ ਦੇ ਉੱਪਰ ਇਹਦੀਆਂ ਪ੍ਰੋਵੀਜ਼ਨਸ ਲੀਗਲੀ ਬਾਈਂਡਿੰਗ ਹੋਣਗੀਆਂ। ਬਟ ਦਿਸ ਕਨਵੈਨਸ਼ਨ ਡਜ਼ ਨਾਟ ਟੇਕ ਦ ਪਲੇਸ ਆਫ ਨੈਸ਼ਨਲ ਲਾਜ਼। ਉਹ ਉਹਨਾਂ ਦੇਸ਼ਾਂ ਦੇ ਜਿਹੜੇ ਨੈਸ਼ਨਲ ਜੋ ਰਾਸ਼ਟਰੀ ਕਾਨੂੰਨ ਨੇ ਉਹਨਾਂ ਦੀ ਥਾਂ ਤਾਂ ਇਹ ਕਨਵੈਨਸ਼ਨ ਨਹੀਂ ਲੈਂਦੀ। ਬਟ ਜਿਹੜੀ ਇਹ ਕਨਵੈਨਸ਼ਨ ਹੈ ਇਹਦੀਆਂ ਜਿਹੜੀਆਂ ਪ੍ਰੋਵੀਜ਼ਨਸ ਨੇ, ਇਹਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਲਾਗੂ ਹੁੰਦੀਆਂ ਨੇ, ਲੀਗਲੀ ਲਾਗੂ ਹੁੰਦੀਆਂ ਨੇ ਉਹਨਾਂ ਮੈਂਬਰ ਨੇਸ਼ਨਸ ਦੇ ਉੱਪਰ ਜਿਨ੍ਹਾਂ ਨੇ ਇਸ ਕਨਵੈਨਸ਼ਨ ਨੂੰ ਜੁਆਇਨ ਕਰ ਲਿਆ। ਸੈਕੰਡ ਸਟੇਟਮੈਂਟ ਇਹ ਕਹਿੰਦੀ ਆ। ਥਰਡ ਸਟੇਟਮੈਂਟ, ਬੋਥ ਸਟੇਟਮੈਂਟਸ ਆਰ ਕਰੈਕਟ। फोर्थ इज बोथ आर रॉन्ग। ਤੁਸੀਂ ਦੱਸਣਾ ਨਾ ਜੋ ਕਿਹੜੀ ਸਟੇਟਮੈਂਟ ਠੀਕ ਆ। then IUCN रेड लिस्ट न्यूज़ ਦੇ ਵਿੱਚ ਕਿਉਂ ਜੀ? why is in news? recently यूनियन एनवायरनमेंट मिनिस्टर ਜੋ ਸਾਡੇ ਇੰਡੀਆ ਦੇ एनवायरनमेंट मिनिस्ट्री ਨੂੰ ਹੈਡ ਕਰਦੇ ਨੇ, ਸਾਡੇ एनवायरनमेंट मिनिस्टर, ਉਹਨਾਂ ਨੇ ਰਾਜ ਸਭਾ ਨੂੰ ਇਨਫੋਰਮ ਕੀਤਾ that in India there are total 73 critically endangered species। ਭਾਰਤ ਦੇ ਵਿੱਚ ਟੋਟਲ 73 critically endangered species ਨੇ। ਇਹ ਨੰਬਰ ਬਹੁਤ ਜ਼ਿਆਦਾ, ਅੱਜ ਤੋਂ ਜਿਵੇਂ 2011-12 ਦੀ ਗੱਲ ਕਰੀਏ ਤਾਂ ਉਦੋਂ ਇਹ 40-42 ਸੀ, ਜਿਹੜਾ ਵੱਧ ਕੇ ਹੁਣ 73 ਹੋ ਗਿਆ, ਠੀਕ ਹੈ ਜੀ। ਮੇਜਰ ਸਪੀਸ਼ੀਜ਼ ਅਮੰਗ ਦੀਜ਼ ਆਰ, ਜਿਹੜੀਆਂ 73 ਕ੍ਰਿਟੀਕਲੀ ਇੰਡੇਂਜਰਡ ਸਪੀਸ਼ੀਜ਼ ਨੇ ਇੰਡੀਆ ਦੇ ਵਿੱਚ, ਉਹਨਾਂ ਦੇ ਵਿੱਚੋਂ ਮੇਜਰ ਸਪੀਸ਼ੀਜ਼ ਕਿਹੜੀਆਂ ਨੇ ਉਹਨਾਂ ਦੀ ਗੱਲ ਕਰੀਏ, ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਇਹ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ ਕਿ ਵਿਚ ਆਫ ਦਾ ਫੋਲੋਇੰਗ ਇਜ਼ ਆਰ ਕ੍ਰਿਟੀਕਲੀ ਇੰਡੇਂਜਰਡ ਅੰਡਰ IUCN, ਠੀਕ ਹੈ। ਸੋ ਇਹਨਾਂ ਜੋ ਇੰਪੋਰਟੈਂਟ ਸਪੀਸ਼ੀਜ਼ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਤੇ ਇੱਥੇ ਤੁਹਾਨੂੰ ਦੱਸੀਆਂ ਵੀ ਨੇ ਉਹ ਕਿਹੜੀਆਂ ਕਿਹੜੀਆਂ ਨੇ। ਜਿਹੜੀਆਂ ਟੋਟਲ 73 ਸਪੀਸ਼ੀਜ਼ ਨੇ ਉਹਨਾਂ ਦੇ ਵਿੱਚੋਂ 9 ਸਪੀਸ਼ੀਜ਼ ਨੇ ਮੈਮਲਸ ਦੀਆਂ, 18 ਸਪੀਸ਼ੀਜ਼ ਨੇ ਬਰਡਸ ਦੀਆਂ, 26 ਨੇ ਰਿਪਟਾਈਲਸ ਦੀਆਂ, 20 ਨੇ ਐਮਫੀਬੀਅਨਸ ਦੀਆਂ, ਠੀਕ ਹੈ ਜੀ। ਤੇ ਜਿਹੜੀਆਂ ਮੇਨ ਇੰਪੋਰਟੈਂਟ ਨੇ ਉਹ ਕਿਹੜੀਆਂ ਕਿਹੜੀਆਂ ਨੇ? these are ਕਸ਼ਮੀਰ ਸਟੈਗ ਔਰ ਹੰਗੂਲ। ਜਿਹੜਾ ਕਸ਼ਮੀਰ ਦਾ ਸਟੇਟ ਬਰਡ ਹੈ ਜੀ, ਇਹ ਸਟੇਟ ਬਰਡ ਆਫ ਕਸ਼ਮੀਰ। ਦੈਨ ਅੰਡੇਮਾਨ ਸ਼ਰੂ, ਦੈਨ ਨਿਕੋਬਾਰ ਸ਼ਰੂ। ਇਹ ਕਿਉਂ? ਜਾਂ ਕਿਉਂਕਿ ਅੰਡੇਮਾਨ ਤੇ ਨਿਕੋਬਾਰ ਦੇ ਨਾਲ ਜੇ ਕੋਈ ਰਿਲੇਟਡ ਨਿਊਜ਼ ਹੈ ਤਾਂ ਉਹ ਸਾਨੂੰ ਧਿਆਨ ਨਾਲ ਪੜ੍ਹ ਲੈਣੀ ਚਾਹੀਦੀ ਹੈ, ਕਿਉਂਕਿ ਇਹ ਕੁਝ ਸਾਡੇ ਏਰੀਆਜ਼ ਨੇ ਜਿੱਥੋਂ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ। ਅੰਡੇਮਾਨ ਸ਼ਰੂ, ਨਿਕੋਬਾਰ ਸ਼ਰੂ, ਦੈਨ ਗ੍ਰੇਟ ਇੰਡੀਅਨ ਬਸਟਰਡ, ਇਹਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਇੱਕ ਸਾਡੀ ਕਰੰਟ ਅਫੇਅਰਸ ਦੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ। ਦੈਨ ਰੈੱਡ ਹੈਡਡ ਵਲਚਰ, ਜਿਹੜੀਆਂ ਸਾਡੀਆਂ ਗਿਰਜਾਂ ਕਹਿੰਦੇ ਨੇ ਅਸੀਂ ਇਹਨਾਂ ਨੂੰ, ਇਹ ਗਿਰਜਾਂ ਦੀਆਂ 4 ਮੇਨ ਵੈਰਾਈਟੀਜ਼ ਮਿਲਦੀਆਂ ਨੇ ਇੰਡੀਆ ਦੇ ਵਿੱਚ ਜਿਹੜੀਆਂ ਕ੍ਰਿਟੀਕਲੀ ਇੰਡੇਂਜਰਡ ਨੇ। ਕਿਹੜੀਆਂ ਕਿਹੜੀਆਂ ਨੇ ਉਹ? ਰੈੱਡ ਹੈਡਡ ਵਲਚਰ, ਇੰਡੀਅਨ ਵਲਚਰ, ਵਾਈਟ ਰੰਪਡ ਵਲਚਰ ਐਂਡ ਸਲੈਂਡਰ ਬਿਲਡ ਵਲਚਰ, ਠੀਕ ਹੈ ਜੀ। ਇਹ ਚਾਰੋਂ ਦੀਆਂ ਚਾਰੋਂ ਕ੍ਰਿਟੀਕਲੀ ਇੰਡੇਂਜਰਡ ਨੇ। ਫਿਰ ਸਾਡੇ ਕੋਲ ਆਉਂਦੀ ਆ ਵਾਈਟ ਵਿਲਡ ਹਿਰੋਨ, ਵਾਈਟ ਬਿਲਡ ਹਿਰੋਨ, ਜਿਹਨੂੰ ਅਸੀਂ ਬਗਲਾ ਕਹਿ ਦਿੰਦੇ ਹਾਂ। ਇਹ ਵੀ ਕ੍ਰਿਟੀਕਲੀ ਇੰਡੇਂਜਰਡ ਹੈ। ਇਹ ਕਿੱਥੇ ਮਿਲਦਾ ਜੀ ਸਾਨੂੰ? ਵਾਈਟ ਵਿਲਡ ਹਿਰੋਨ। ਇਹ ਸਾਨੂੰ ਅਰੁਣਾਚਲ ਪ੍ਰਦੇਸ਼ ਤੇ ਅਸਾਮ ਦੇ ਵਿੱਚ ਮਿਲਦਾ, ਓਨਲੀ ਇਨ ਅਰੁਣਾਚਲ ਪ੍ਰਦੇਸ਼ ਐਂਡ ਅਸਮ। ਵੈਰੀ ਇੰਪੋਰਟੈਂਟ, ਇਹਨਾਂ ਦੀਆਂ ਕਈ ਵਾਰੀ ਕੁਛ ਹੈ ਉਹਨਾਂ ਦੀਆਂ ਲੋਕੇਸ਼ਨਸ ਵੀ ਪੁੱਛੀਆਂ ਜਾਂਦੀਆਂ ਨੇ, ਹੈਬੀਟੈਟਸ ਵੀ ਪੁੱਛੇ ਜਾਂਦੇ ਨੇ ਕਿ ਸਾਨੂੰ ਕਿੱਥੇ ਮਿਲਦੇ ਨੇ। ਸੋ ਧਿਆਨ ਰੱਖਿਓ, ਜਿਹੜਾ ਵਾਈਟ ਬਿਲਡ ਹਿਰੋਨ ਆ ਇਹ ਸਾਨੂੰ ਅਰੁਣਾਚਲ ਤੇ ਅਸਾਮ 'ਚ ਮਿਲਦਾ। ਐਂਡ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਇਜ਼ ਸਪੋਰਟਿੰਗ ਅ ਪ੍ਰੋਜੈਕਟ ਔਨ ਵਾਈਟ ਬਿਲਡ ਹਿਰੋਨ ਇਨ ਨਮਦਫਾ ਟਾਈਗਰ ਰਿਜ਼ਰਵ ਆਫ ਅਰੁਣਾਚਲ ਪ੍ਰਦੇਸ਼। ਵੈਰੀ ਇੰਪੋਰਟੈਂਟ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਮਦਫਾ ਟਾਈਗਰ ਰਿਜ਼ਰਵ ਆ ਜੋ ਇਹ ਕਿਹੜੀ ਸਟੇਟ ਦੇ ਵਿੱਚ ਹੈ? ਇਟ ਇਜ਼ ਇਨ ਅਰੁਣਾਚਲ ਪ੍ਰਦੇਸ਼, ਜਿੱਥੇ ਵਾਈਟ ਬਿਲਡ ਹਿਰੋਨ ਨੂੰ ਪ੍ਰੋਟੈਕਟ ਕਰਨ ਦੇ ਲਈ, ਇੱਕ ਕੰਜ਼ਰਵ ਕਰਨ ਦੇ ਲਈ ਇੱਕ ਪ੍ਰੋਜੈਕਟ ਚਲਾਇਆ ਜਾ ਰਿਹਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਦੁਆਰਾ, ਠੀਕ ਹੈ ਜੀ। ਦੈਨ ਨੈਕਸਟ ਜੋ ਇੰਪੋਰਟੈਂਟ ਸਪੀਸ਼ੀਜ਼ ਆ ਉਹ ਕਿਹੜੀ ਹੈ ਜੀ? ਉਹ ਹੈ ਆਈਲੈਂਡ ਪਿਟ ਵਾਈਪਰ, ਜੋ ਇੱਕ ਰਿਪਟਾਈਲ ਆ ਤੇ ਇਹ ਲਿਮਿਟਡ ਟੂ ਸਿੰਗਲ ਲੋਕੇਸ਼ਨ ਇਨ ਕਾਰ ਨਿਕੋਬਾਰ ਆਈਲੈਂਡ। ਜੋ ਨਿਕੋਬਾਰ ਦਾ ਇੱਕ
ਅੰਡੇਮਾਨ ਨਿਕੋਬਾਰ ਆਈਲੈਂਡ ਗਰੁੱਪ ਦੇ ਵਿੱਚ ਇੱਕ ਆਈਲੈਂਡ ਹੈ ਜਿਹਨੂੰ ਕਹਿੰਦੇ ਆ ਕਾਰ ਨਿਕੋਬਾਰ, ਉੱਥੇ ਹੀ ਮਿਲਦਾ ਸਿਰਫ ਆਪਾਂ ਨੂੰ ਆਈਲੈਂਡ ਪਿਟ ਵਾਈਪਰ। ਵੈਰੀ ਇੰਪੋਰਟੈਂਟ, ਇਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਕਿ ਕਿੱਥੇ ਮਿਲਦਾ ਤੇ ਕ੍ਰਿਟੀਕਲੀ ਇੰਡੇਂਜਰਡ ਹੈ ਜੀ ਇਹ। ਫਿਰ ਅਸੀਂ ਗੱਲ ਕਰ ਲਈਏ IUCN ਦੀ, ਕਿਉਂਕਿ ਅਸੀਂ IUCN ਬਾਰੇ ਪੜ੍ਹ ਰਹੇ ਹਾਂ, ਸਾਨੂੰ ਪਤਾ ਹੋਣਾ ਚਾਹੀਦਾ IUCN ਕੀ ਹੈ, ਕਦੋਂ ਹੋਂਦ ਦੇ ਵਿੱਚ ਆਇਆ, ਇਹਦਾ ਕੀ ਕੰਮ ਹੈ। IUCN ਦੀ ਫੁੱਲ ਫਾਰਮ ਹੈ ਜੀ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਐਂਡ ਨੈਚੁਰਲ ਰਿਸੋਰਸਿਸ। ਇਟ ਵਾਜ਼ ਸੈਟ ਅਪ ਇਨ October 1948 as International Union for Protection of Nature। ਇੱਥੇ ਟਾਈਪਿੰਗ ਮਿਸਟੇਕ ਹੋ ਗਈ, ਪ੍ਰੋਡਕਸ਼ਨ ਨਹੀਂ ਹੈ, ਪ੍ਰੋਟੈਕਸ਼ਨ ਹੈ ਜੀ। ਇਨੀਸ਼ੀਅਲੀ ਇਸ ਬੋਡੀ ਦਾ ਨਾਮ ਸੀਗਾ IUPN ਇੰਟਰਨੈਸ਼ਨਲ ਯੂਨੀਅਨ ਫਾਰ ਪ੍ਰੋਟੈਕਸ਼ਨ ਆਫ ਨੇਚਰ, ਜਿਹੜਾ 1948 ਦੇ ਵਿੱਚ ਬਣਿਆ ਤੇ 1950-52 ਦੇ ਵਿੱਚ ਇਹਦਾ ਨਾਮ ਬਦਲ ਕੇ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਐਂਡ ਨੈਚੁਰਲ ਰਿਸੋਰਸਿਸ ਰੱਖਤਾ ਗਿਆ। ਇਹਦੇ ਹੈੱਡਕੁਆਟਰਸ ਕਿੱਥੇ ਨੇ? ਵੈਰੀ ਇੰਪੋਰਟੈਂਟ, ਹੈੱਡਕੁਆਟਰਸ ਲੋਕੇਟਡ ਇਨ ਗਲੈਂਡ ਇਨ ਸਵਿਟਜ਼ਰਲੈਂਡ। ਦੈਨ IUCN ਦੇ ਕੁਝ ਪ੍ਰਾਇੋਰਟੀ ਏਰੀਆਜ਼ ਨੇ ਜਿਨ੍ਹਾਂ ਦੇ ਉੱਪਰ ਇਹਨੇ ਕੰਮ ਕਰਨਾ, ਕਿਹੜੇ ਕਿਹੜੇ ਨੇ ਜੀ? ਬਾਇਓਡਾਈਵਰਸਿਟੀ, ਬਾਇਓਡਾਈਵਰਸਿਟੀ, ਕਲਾਈਮੇਟ ਚੇਂਜ, ਸਸਟੇਨੇਬਲ એનર્ਜੀ, ਹਿਊਮਨ ਵੈਲਬੀਇੰਗ ਐਂਡ ਗ੍ਰੀਨ ਇਕੋਨਮੀ। ਇਹ 5 ਇਹਦੇ ਪ੍ਰਾਇੋਰਟੀ ਏਰੀਆਜ਼ ਨੇ, ਧਿਆਨ ਰੱਖਿਓ IUCN ਦੇ। ਦੈਨ ਰੈੱਡ ਡੇਟਾ ਬੁੱਕ ਦੀ ਗੱਲ ਕਰਦੇ ਹਾਂ ਹੁਣ ਆਪਾਂ। ਰੈੱਡ ਡੇਟਾ ਬੁੱਕ ਜੋ ਜਿਹਦੇ ਅੰਡਰ ਇਹਨਾਂ ਸਪੀਸ਼ੀਜ਼ ਨੂੰ ਕੈਟਾਗਰਾਈਜ਼ ਕੀਤਾ ਜਾਂਦਾ, ਉਹਦੀ ਗੱਲ ਕਰੀਏ। ਰੈੱਡ ਡੇਟਾ ਬੁੱਕ ਇਜ਼ ਅ ਕ੍ਰਿਟੀਕਲ ਇੰਡੀਕੇਟਰ ਆਫ ਹੈਲਥ ਆਫ ਦਾ ਵਰਲਡਸ ਬਾਇਓਡਾਈਵਰਸਿਟੀ। ਜਿਹੜੀ ਸਾਡੀ ਵਰਲਡ ਦੀ ਬਾਇਓਡਾਈਵਰਸਿਟੀ ਆ ਉਹਦੀ ਹੈਲਥ ਬਾਰੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ ਰੈੱਡ ਡੇਟਾ ਬੁੱਕ, ਕਿ ਉਹ ਬਾਇਓਡਾਈਵਰਸਿਟੀ ਕਿੰਨੀ ਕੁ ਤੰਦਰੁਸਤ ਆ, ਜਾਂ ਉਹਦੇ 'ਚ ਕੀ ਥ੍ਰੈਟ ਨੇ, ਜਾਂ ਉਹ ਐਕਸਟਿੰਕਟ ਹੋ ਰਹੀ ਆ, ਜਾਂ ਉਹਦੇ ਹਾਲਾਤ ਕੀ ਨੇ, ਹੈ ਨਾ, ਉਹਨਾਂ ਬਾਰੇ ਸਾਨੂੰ ਦੱਸਦਾ ਰੈੱਡ ਡੇਟਾ ਬੁੱਕ। ਇਟ ਇਜ਼ ਵਰਲਡਸ ਮੋਸਟ ਕੰਪਰੀਹੈਂਸਿਵ ਇਨਫੋਰਮੇਸ਼ਨ ਸੋਰਸ ਔਨ ਦ ਗਲੋਬਲ ਐਕਸਟਿੰਕਸ਼ਨ ਰਿਸਕ ਸਟੇਟਸ ਆਫ ਐਨੀਮਲ, ਫੰਗਸ ਐਂਡ ਪਲਾਂਟ ਸਪੀਸ਼ੀਜ਼। ਵੈਰੀ ਇੰਪੋਰਟੈਂਟ, ਇਹ ਸਾਨੂੰ ਧਿਆਨ ਰੱਖਿਓ। ਇਹ ਸਿਰਫ ਐਨੀਮਲਸ ਜਾਂ ਬਰਡਸ ਦੀ ਗੱਲ ਹੀ ਨਹੀਂ ਕਰਦਾ, ਐਨੀਮਲਸ ਜਿਸ 'ਚ ਅਸੀਂ ਬਰਡਸ ਵੀ ਸਾਡੇ ਇਨਕਲੂਡ ਹੁੰਦੇ ਨੇ, ਪਲੱਸ ਫੰਗਸ, ਪਲੱਸ ਪਲਾਂਟ ਸਪੀਸ਼ੀਜ਼, ਇਹ ਸਾਰਿਆਂ ਦਾ ਡੇਟਾ ਪ੍ਰੋਵਾਈਡ ਕਰਦਾ ਸਾਨੂੰ ਰੈੱਡ ਡੇਟਾ ਬੁੱਕ, ਠੀਕ ਹੈ। ਤੇ ਫਿਰ ਹੁਣ ਇਹਦੇ ਅੰਡਰ ਜੋ ਡਿਫਰੈਂਟ ਕੈਟੇਗਰੀਜ਼ ਨੇ ਉਹਨਾਂ ਦੀ ਗੱਲ ਕਰ ਲਈਏ ਜੀ। ਕਿਹੜੀਆਂ ਕਿਹੜੀਆਂ ਕੈਟੇਗਰੀਜ਼ ਨੇ? ਟੋਟਲ ਰੈੱਡ ਡੇਟਾ ਬੁੱਕ ਦੇ ਅੰਡਰ 9 ਕੈਟੇਗਰੀਜ਼ ਨੇ। ਕਿਹੜੀਆਂ ਕਿਹੜੀਆਂ ਨੇ? ਨਾਟ ਇਵੈਲੂਏਟਡ, ਡੇਟਾ ਡੈਫੀਸ਼ੀਐਂਟ, ਲੀਸਟ ਕੰਸਰਨਡ, near threatened, then vulnerable, then endangered, then critically endangered, then extinct in wild and extinct। ਇਹ 9 ਕੈਟੇਗਰੀਜ਼ ਨੇ, ਧਿਆਨ ਰੱਖਿਓ। ਇਹਨੂੰ ਅਸੀਂ ਮੇਨਲੀ 2 ਕੈਟੇਗਰੀਜ਼ ਦੇ ਵਿੱਚ ਡਿਵਾਈਡ ਆਪਾਂ ਵੰਡ ਲੈਂਦੇ ਹਾਂ। ਪਹਿਲਾਂ ਜਦੋਂ ਆਪਾਂ ਬ੍ਰੌਡ ਲੈਵਲ ਤੇ ਕੈਟੇਗਰਾਈਜੇਸ਼ਨ ਦੇਖਦੇ ਹਾਂ, ਉਹ ਕਿਹੜੀ ਕਿਹੜੀ ਕੈਟੇਗਰਾਈਜੇਸ਼ਨ ਹੈ ਜੀ? ਇਵੈਲੂਏਟਡ, ਜਾਂ ਕਹਿ ਲਓ ਕਿਹੜੀਆਂ ਸਪੀਸ਼ੀਜ਼ ਦਾ ਸਾਡੇ ਕੋਲ ਡੇਟਾ ਹੈ ਤੇ ਕਿਹੜੀਆਂ ਦਾ ਡੇਟਾ ਡੈਫੀਸ਼ੀਐਂਟ ਹੈ, ਜਿਨ੍ਹਾਂ ਦਾ ਡੇਟਾ ਨਹੀਂ ਹੈ, ਠੀਕ ਹੈ ਜੀ। ਫਿਰ ਆਪਣੇ ਕੋਲੇ ਜੋ ਡੇਟਾ ਡੈਫੀਸ਼ੀਐਂਟ ਆ ਉਹ ਤਾਂ ਅਲੱਗ ਤੋਂ ਇੱਕ ਕੈਟੇਗਰੀ ਹੋਊਗੀ। ਫਿਰ ਜਿਹੜੀ ਡੇਟਾ ਜਿਨ੍ਹਾਂ ਦਾ ਡੇਟਾ ਸਾਡੇ ਕੋਲ ਅਵੇਲੇਬਲ ਹੈ ਉਹਦੇ 'ਚ 2 ਤਰ੍ਹਾਂ ਦੀਆਂ ਆਉਂਦੀਆਂ ਨੇ, ਇਵੈਲੂਏਟਡ ਪਲੱਸ ਜਿਨ੍ਹਾਂ ਦਾ ਸਾਡੇ ਕੋਲੇ ਐਡਿਕੁਏਟ ਡੇਟਾ ਹੈ। ਮਤਲਬ ਇਹਨਾਂ ਨੂੰ ਅਸੀਂ ਇਵੈਲੂਏਟ ਤਾਂ ਕੀਤਾ, ਬਟ ਇਹਨਾਂ ਦਾ ਪ੍ਰੋਪਰ ਜਿਹੜਾ ਡੇਟਾ ਚਾਹੀਦਾ ਉਹ ਸਾਡੇ ਕੋਲੇ ਨਹੀਂ ਹੈ, ਠੀਕ ਹੈ ਜੀ। ਠੀਕ ਹੈ ਜੀ। ਤੇ ਉਹਦੇ 'ਚੋਂ ਸਾਡੇ ਕੋਲੇ ਆ ਗਿਆ ਇਵੈਲੂਏਟਡ, ਡੇਟਾ ਡੈਫੀਸ਼ੀਐਂਟ, ਦੈਨ ਇਵੈਲੂਏਟਡ। ਜਿਨ੍ਹਾਂ ਦਾ ਸਾਡੇ ਕੋਲ ਡੇਟਾ ਹੈ, ਜਿਨ੍ਹਾਂ ਨੂੰ ਅਸੀਂ ਇਵੈਲੂਏਟ ਕੀਤਾ, ਉਹਨਾਂ ਦੇ ਵਿੱਚ ਸਾਡੇ ਕੋਲ ਅੱਗੇ 8 ਕੈਟੇਗਰੀਜ਼, ਉਹਨਾਂ ਦੇ ਵਿੱਚ ਸਾਡੇ ਕੋਲ ਅੱਗੇ ਆ ਜਾਂਦੀਆਂ ਨੇ 8 ਕੈਟੇਗਰੀਜ਼। ਨਹੀਂ, ਇਹ ਨਾ ਗਲਤ ਥੋੜਾ ਜਿਹਾ ਮਿਸਟੇਕ ਹੋ ਗਈ। ਪਹਿਲਾਂ ਆਪਾਂ ਗੱਲ ਕਰਦੇ ਹਾਂ ਇਵੈਲੂਏਟਡ ਦੀ, ਫਿਰ ਨਾਟ ਇਵੈਲੂਏਟਡ। ਨਾਟ ਇਵੈਲੂਏਟਡ ਇੱਕ ਅਲੱਗ ਤੋਂ ਕੈਟੇਗਰੀ ਹੋਊਗੀ। ਇਵੈਲੂਏਟਡ ਦੇ ਵਿੱਚ 2 ਕੈਟੇਗਰੀਜ਼ ਹੋ ਗਈਆਂ, ਡੇਟਾ ਜਿਨ੍ਹਾਂ ਦਾ ਹੈ ਜਾਂ ਐਡਿਕੁਏਟ ਡੇਟਾ, ਐਂਡ ਡੇਟਾ ਡੈਫੀਸ਼ੀਐਂਟ। ਜਿਨ੍ਹਾਂ ਦਾ ਸਾਡੇ ਕੋਲ ਐਡਿਕੁਏਟ ਡੇਟਾ ਹੈ ਉਹ ਸਾਡੇ ਕੋਲ ਅੱਗੇ 8 ਕੈਟੇਗਰੀਜ਼ ਹੋ ਗਈਆਂ ਉਹਨਾਂ ਦੀਆਂ, ਠੀਕ ਹੈ ਜੀ।
8 ਕੈਟਾਗਰੀਜ਼ ਇਹਨਾਂ ਦੀਆਂ ਹੋ ਗਈਆਂ, ਇੱਕ ਡੇਟਾ ਡੈਫੀਸ਼ੀਐਂਟ ਹੋ ਗਈ, ਇੱਕ ਨਾਟ ਇਵੈਲੂਏਟਡ ਹੋ ਗਈ, 7 ਹੋ ਗਈਆਂ ਇਹ। ਨਾਟ ਇਵੈਲੂਏਟਡ ਜਿਨ੍ਹਾਂ ਨੂੰ ਇਵੈਲੂਏਟ ਨਹੀਂ ਕੀਤਾ ਗਿਆ, ਦੈਨ ਸਾਡੇ ਕੋਲ ਡੇਟਾ ਡੈਫੀਸ਼ੀਐਂਟ ਜਿਨ੍ਹਾਂ ਨੂੰ ਇਵੈਲੂਏਟ ਕੀਤਾ ਗਿਆ ਬਟ ਉਹਨਾਂ ਦਾ ਰਿਕੁਆਇਰਡ ਡੇਟਾ ਸਾਡੇ ਕੋਲ ਨਹੀਂ ਹੈ। ਫਿਰ ਜਿਨ੍ਹਾਂ ਦਾ ਸਾਡੇ ਕੋਲ ਡੇਟਾ ਰਿਕੁਆਇਰਡ ਡੇਟਾ ਹੈ ਉਹ ਸਾਡੇ ਕੋਲ ਹੋ ਗਈਆਂ 7 ਕੈਟਾਗਰੀਜ਼। ਕਿਹੜੀਆਂ ਨੇ? ਲੀਸਟ ਕੰਸਰਨਡ, ਨੀਅਰ ਥ੍ਰੈਟਨਡ, ਵਲਨਰੇਬਲ, ਇੰਡੇਂਜਰਡ, ਕ੍ਰਿਟੀਕਲੀ ਇੰਡੇਂਜਰਡ, ਐਕਸਟਿੰਕਟ ਇਨ ਵਾਈਲਡ ਐਂਡ ਐਕਸਟਿੰਕਟ। ਤੇ ਜਿਹੜੀਆਂ ਇਹ 3 ਕੈਟਾਗਰੀਜ਼ ਨੇ ਸਾਡੀਆਂ, ਇਹਨਾਂ ਨੂੰ ਅਸੀਂ ਕਹਿੰਦੇ ਆ ਥ੍ਰੈਟਨਡ ਕੈਟਾਗਰੀਜ਼। ਠੀਕ ਹੈ ਜੀ, ਅੱਜ ਤੇ ਲਿਖਿਆ ਵੀ ਆ these 3 critically endangered, endangered and vulnerable, these 3 are called threatened categories। ਠੀਕ ਹੈ ਜੀ, ਇਹ ਤਿੰਨੋਂ threatened category ਦੇ ਵਿੱਚ ਆਉਂਦੀਆਂ ਨੇ। ਜੇ ਤੁਹਾਨੂੰ ਪੇਪਰ 'ਚ ਪੁੱਛਿਆ ਜਾਵੇ which of the following comes under threatened category of red data book, ਉਹ critically endangered, endangered ਤੇ vulnerable। ਠੀਕ ਹੈ, ਉਹ ਧਿਆਨ ਰੱਖਿਓ। ਜਿਹੜੀ ਮੈਂ ਸਟਾਰਟਿੰਗ 'ਚ ਤੁਹਾਨੂੰ ਦੱਸ ਰਿਹਾ ਸੀ ਇਹਦੀ ਕੈਟਾਗਰਾਈਜੇਸ਼ਨ ਬਾਰੇ, ਉਹ ਥੋੜਾ ਜਿਹਾ ਪਹਿਲਾਂ ਗਲਤ ਹੋ ਗਿਆ ਸੀ, ਮੈਂ ਦੁਬਾਰਾ ਇੱਕ ਵਾਰੀ ਕਲੀਅਰ ਕਰਦਾ। ਸਾਡੇ ਕੋਲ ਇੱਕ ਹੁੰਦੀਆਂ ਨੇ ਇਵੈਲੂਏਟਡ ਸਪੀਸ਼ੀਜ਼, ਇੱਕ ਹੁੰਦੀਆਂ ਨੇ ਨਾਟ ਇਵੈਲੂਏਟਡ। ਠੀਕ ਹੈ ਜੀ, ਇੱਕ ਕੈਟਾਗਰੀ ਇਹ ਹੋਗੀ ਜਿਹੜੀਆਂ ਇਵੈਲੂਏਟਡ ਨੇ, ਉਹਦੇ 'ਚ ਸਾਡੇ ਕੋਲ ਆ ਗਈਆਂ ਜਿਨ੍ਹਾਂ ਦਾ ਡੇਟਾ ਐਡਿਕੁਏਟ ਹੈ। ਫਿਰ ਆਪਣੇ ਕੋਲ ਦੂਜੀਆਂ ਹੁੰਦੀਆਂ ਨੇ ਡੇਟਾ ਡੈਫੀਸ਼ੀਐਂਟ, ਦੂਜੀ ਕੈਟਾਗਰੀ ਜਿਨ੍ਹਾਂ ਦਾ ਸਾਡੇ ਕੋਲ ਡੇਟਾ ਡੈਫੀਸ਼ੀਐਂਟ ਹੈ। ਜਿਹੜੀਆਂ ਡੇਟਾ ਐਡਿਕੁਏਟ ਹੈ ਜਿਨ੍ਹਾਂ ਦਾ ਉਹਨਾਂ ਦੀਆਂ ਸਾਡੇ ਕੋਲ ਆਉਂਦੀਆਂ ਨੇ 7 ਸਪੀਸ਼ੀਜ਼। ਕਿਹੜੀਆਂ? ਐਕਸਟਿੰਕਟ ਇਨ ਵਾਈਲਡ, ਐਕਸਟਿੰਕਟ ਆਉਂਦੀਆਂ ਪਹਿਲਾਂ, ਫਿਰ ਸਾਡੇ ਕੋਲ ਆਉਂਦੀ ਹੈ ਐਕਸਟਿੰਕਟ ਇਨ ਵਾਈਲਡ, ਫਿਰ ਕ੍ਰਿਟੀਕਲੀ ਇੰਡੇਂਜਰਡ, ਦੈਨ ਇੰਡੇਂਜਰਡ, ਦੈਨ ਵਲਨਰੇਬਲ, ਦੈਨ ਨੀਅਰ ਥ੍ਰੈਟਨਡ, ਦੈਨ ਲੀਸਟ ਕੰਸਰਨਡ। ਠੀਕ ਹੈ ਜੀ, ਹਾਂ, ਇਹ 7 ਕੈਟਾਗਰੀਜ਼ ਹੋ ਗਈਆਂ ਸਾਡੇ ਕੋਲੇ ਜਿਹੜੀਆਂ ਡੇਟਾ ਐਡਿਕੁਏਟ ਦੇ ਅੰਦਰ। ਸੋ ਟੋਟਲ ਹੋ ਗਈਆਂ 7, ਇਹ 8 ਤੇ 9, ਟੋਟਲ 9 ਕੈਟਾਗਰੀਜ਼ ਨੇ। ਠੀਕ ਹੈ ਜੀ, ਤੇ ਹੁਣ ਜੇ ਆਪਾਂ ਗੱਲ ਕਰੀਏ ਐਕਸਟਿੰਕਟ ਦਾ ਮਤਲਬ ਕੀ ਹੈ? ਐਕਸਟਿੰਕਟ ਦਾ ਮਤਲਬ ਹੈ ਜਿਨ੍ਹਾਂ ਸਪੀਸ਼ੀਜ਼ ਦੀ ਕੋਈ ਵੀ, ਜਿਨ੍ਹਾਂ ਦਾ ਲਾਸਟ ਲਿਵਿੰਗ ਜਿਹੜੀ ਪੋਪੂਲੇਸ਼ਨ ਆ ਜਾਂ ਲਾਸਟ ਲਿਵਿੰਗ ਕੈਂਡੀਡੇਟ ਉਹਨਾਂ ਦਾ ਅਵੇਲੇਬਲ ਨਹੀਂ ਹੈ ਇਨ ਦਾ ਵਰਲਡ, ਕਿਤੇ ਨਹੀਂ ਮਿਲਦਾ ਸਾਨੂੰ, ਖਤਮ ਹੋ ਚੁੱਕੇ ਨੇ। ਦੈਨ ਐਕਸਟਿੰਕਟ ਇਨ ਵਾਈਲਡ, ਜਿਹੜੇ ਆਪਣੇ ਨੈਚੁਰਲ ਹੈਬੀਟੈਟਸ ਨੇ, ਜਿਹੜੇ ਨੈਚੁਰਲ ਰੇਂਜਸ ਨੇ ਜਿੱਥੇ ਉਹ ਮਿਲਦੀਆਂ ਸੀ ਟ੍ਰੈਡੀਸ਼ਨਲੀ, ਉੱਥੇ ਨਹੀਂ ਮਿਲਦੀਆਂ ਬਟ ਉਹ ਹੁਣ ਕੈਪਟਿਵ ਜਾਂ ਬਰੀਡਿੰਗ ਸੈਂਟਰਸ ਦੇ ਵਿੱਚ ਮਿਲਦੇ ਨੇ, ਜਿਹੜੇ ਉਹਨਾਂ ਵਾਸਤੇ ਕੁਝ ਪ੍ਰੋਟੈਕਟਡ ਏਰੀਆਜ਼ ਨੇ, ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਬਣਾਏ ਗਏ ਨੇ, ਉੱਥੇ ਹੀ ਮਿਲਦੇ ਨੇ ਬਟ ਉਹ ਵਾਈਲਡ ਦੇ ਵਿੱਚ ਨਹੀਂ ਮਿਲਦੇ। ਆਪਣੀ ਜੋ ਉਹਨਾਂ ਦੀ ਫ੍ਰੀ ਨੈਚੁਰਲ ਰੇਂਜ ਆ ਉੱਥੇ ਨਹੀਂ ਮਿਲਦੇ, ਉਹ ਉਹਨਾਂ ਨੂੰ ਕਹਿੰਦੇ ਐਕਸਟਿੰਕਟ ਇਨ ਵਾਈਲਡ। ਕ੍ਰਿਟੀਕਲੀ ਇੰਡੇਂਜਰਡ ਸਪੀਸ਼ੀਜ਼ ਉਹ ਨੇ ਜਿਹੜੀਆਂ ਪਿਛਲੇ 10 ਸਾਲਾਂ ਦੇ ਵਿੱਚ ਜਿਨ੍ਹਾਂ ਦੀ ਪੋਪੂਲੇਸ਼ਨ ਦਾ ਲਗਭਗ 85% ਪੋਪੂਲੇਸ਼ਨ ਲਾਸ ਹੋ ਚੁੱਕੀ ਹੈ, ਡਿਕਲਾਈਨ ਹੋ ਚੁੱਕੀ ਹੈ। ਠੀਕ ਹੈ ਜੀ, ਉਹ ਹੁੰਦੇ ਨੇ ਕ੍ਰਿਟੀਕਲੀ ਇੰਡੇਂਜਰ, ਮਤਲਬ ਕਿ ਜੇ ਉਹਨਾਂ ਨੂੰ ਪ੍ਰੀਜ਼ਰਵ ਨਾ ਕੀਤਾ ਗਿਆ ਤਾਂ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਉਹ ਵੀ ਐਕਸਟਿੰਕਟ ਇਨ ਵਾਈਲਡ ਜਾਂ ਐਕਸਟਿੰਕਸ਼ਨ ਵਾਲੀ ਕੈਟਾਗਰੀ ਦੇ ਵਿੱਚ ਜਾ ਸਕਦੇ ਨੇ। ਇੰਡੇਂਜਰਡ ਜੇ ਜਿਨ੍ਹਾਂ ਦੀ ਪੋਪੂਲੇਸ਼ਨ ਨੂੰ ਅਸੀਂ ਡਿਕਲਾਈਨ ਨੂੰ ਨਾ ਰੋਕੀਏ ਤਾਂ ਉਹ ਕ੍ਰਿਟੀਕਲੀ ਇੰਡੇਂਜਰਡ ਹੋ ਜਾਣਗੇ ਤੇ ਥ੍ਰੈਟਨ ਐਕਸਟਿੰਕਸ਼ਨ ਕੈਟਾਗਰੀ ਚਲੇ ਜਾਣਗੇ। ਉਵੇਂ ਹੀ ਵਲਨਰੇਬਲ ਨੇ, ਜਿਨ੍ਹਾਂ ਦਾ ਮਤਲਬ ਕਿ ਪਿਛਲੇ 10 ਸਾਲਾਂ ਦੇ ਵਿੱਚ 25 ਤੋਂ 30% ਪੋਪੂਲੇਸ਼ਨ ਘਟੀ ਆ। ਇੰਡੇਂਜਰਡ ਦੀ ਪਿਛਲੇ 10 ਸਾਲਾਂ 'ਚ ਅਰਾਊਂਡ 50 ਤੋਂ 55% ਪੋਪੂਲੇਸ਼ਨ ਡਿਕਲਾਈਨ ਹੋਈ ਹੈ, ਇਹਨਾਂ ਦੀ 75 ਤੋਂ 80% ਡਿਕਲਾਈਨ ਹੁੰਦੀ ਹੈ। ਫਿਰ ਹੁੰਦੇ ਨੇ ਨੀਅਰ ਥ੍ਰੈਟਨਡ, ਫਿਰ ਹੁੰਦੇ ਨੇ ਲੀਸਟ ਕੰਸਰਨਡ, ਡੇਟਾ ਡੈਫੀਸ਼ੀਐਂਟ ਐਂਡ ਨਾਟ ਇਵੈਲੂਏਟਡ। ਠੀਕ ਹੈ ਜੀ, ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾਈ ਜਾਵਾਂਗੇ ਇਹਨਾਂ ਦਾ ਐਕਸਟਿੰਕਸ਼ਨ ਦਾ ਰਿਸਕ ਵਧੀ ਜਾਂਦਾ। ਤੇ ਇਟ ਵਾਜ਼ ਫਸਟ ਪਬਲਿਸ਼ਡ ਇਨ 1964, ਵੈਰੀ ਇੰਪੋਰਟੈਂਟ, 1964 ਦੇ ਵਿੱਚ ਇਹ ਜੋ ਰੈੱਡ ਡੇਟਾ ਬੁੱਕ ਆ ਇਹਨੂੰ ਫਸਟ ਟਾਈਮ ਪਬਲਿਸ਼ ਕੀਤਾ ਗਿਆ ਸੀ। ਠੀਕ ਹੈ ਜੀ, ਫਸਟ ਪਬਲਿਸ਼ਡ ਇਨ 1964। ਤੇ ਅੱਜ ਦਾ ਸਾਡਾ ਜੋ ਲਾਸਟ ਟੌਪਿਕ ਹੈ ਜੀ, ਛੋਟਾ ਟੌਪਿਕ ਹੈ, ONDC, ਓਪਨ ਨੈਟਵਰਕ ਫॉर ਡਿਜੀਟਲ ਕਾਮਰਸ, ਵੈਰੀ ਇੰਪੋਰਟੈਂਟ। ONDC ਹੈ ਕੀ ਆ? ਇਹ ਇੱਕ ਕੰਪਨੀ ਆ ਜੋ ਕੰਪਨੀਜ਼ ਐਕਟ ਦਾ ਜੋ ਸੈਕਸ਼ਨ 8 ਆ ਉਹਦੇ ਅੰਡਰ ਬਣੀ ਹੈ, ਉਹਦੇ ਅੰਡਰ ਬਣਾਈ ਗਈ ਆ। ONDC, Open Network for Digital Commerce, is an initiative of DPIIT, very important। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ONDC ਕਿਹੜੀ ਮਿਨਿਸਟਰੀ ਜਾਂ ਕਿਹੜੇ ਡਿਪਾਰਟਮੈਂਟ ਦਾ ਇਨੀਸ਼ੀਏਟਿਵ ਆ ਜੀ। ਇਟ ਇਜ਼ ਐਨ ਇਨੀਸ਼ੀਏਟਿਵ ਆਫ ਡਿਪਾਰਟਮੈਂਟ ਫॉर ਪ੍ਰਮੋਸ਼ਨ ਆਫ ਇਨਵੈਸਟਮੈਂਟ ਐਂਡ ਇੰਟਰਨਲ ਟ੍ਰੇਡ, DPIIT, ਜੋ ਮਿਨਿਸਟਰੀ ਆਫ ਕਾਮਰਸ ਦੇ ਅੰਡਰ ਆਉਂਦਾ। ਠੀਕ ਹੈ, ਵੈਰੀ ਇੰਪੋਰਟੈਂਟ। ਤੇ ਕਿਉਂ ਬਣਾਇਆ ਗਿਆ ਜੀ? ਇਹਦਾ ਮਤਲਬ ਕੀ ਆ? ONDC ਬਣਾਉਣ ਦੇ ਪਿੱਛੇ ਕੀ ਕਾਰਨ ਹੈ? ਇਟ ਇਜ਼ ਐਨਵਿਜ਼ਨ ਟੂ ਰੈਵੋਲੂਸ਼ਨਾਈਜ਼ ਡਿਜੀਟਲ ਕਾਮਰਸ ਇਨ ਇੰਡੀਆ। ਭਾਰਤ ਦੇ ਵਿੱਚ ਜਿਹੜਾ ਡਿਜੀਟਲ ਕਾਮਰਸ ਹੋ ਰਿਹਾ, ਜਿਹੜੀ ਈ ਟ੍ਰੇਡਿੰਗ ਹੋ ਰਹੀ ਆ ਕਹਿ ਲਓ, ਉਹਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕਰਨ ਦੇ ਲਈ ONDC ਇੱਕ ਨਵਾਂ ਪਲੇਟਫਾਰਮ ਤਿਆਰ ਕੀਤਾ ਗਿਆ। ਆ ਦੇਖੋ, ONDC
for digital commerce. How will it help your business? Creation of level playing field in digital commerce. Then reduction in customer acquisition cost, reduction in monopolistic practices. ਕਿਉਂਕਿ ਹਲੇ ਤੱਕ ਕੀ ਹੋ ਰਿਹਾ ਸੀ, ਜਿਹੜਾ ਸਾਡਾ ਡਿਜੀਟਲ ਕਾਮਰਸ ਦੀ ਗੱਲ ਕਰਦੇ ਹਾਂ ਜਦੋਂ, ਉਹਦੇ ਤੇ ਨਾ ਕੁਝ ਇੰਡਸਟਰੀਜ਼ ਨੇ ਜਾਂ ਕੁਝ ਹਾਊਸਿਸ ਨੇ ਜਿਨ੍ਹਾਂ ਦੀ ਮੋਨੋਪੋਲੀ ਬਣੀ ਹੋਈ ਆ, ਜਿਵੇਂ ਐਮਾਜ਼ੋਨ ਦੀ ਗੱਲ ਕਰ ਲਈਏ, ਫਲਿੱਪਕਾਰਟ ਦੀ ਗੱਲ ਕਰ ਲਈਏ, ਹੈ ਨਾ। ਸੋ ਉਸ ਮੋਨੋਪੋਲੀ ਨੂੰ ਖਤਮ ਕਰਨ ਦੇ ਲਈ, ਸਾਡੇ ਡਿਜੀਟਲ ਕਾਮਰਸ ਨੂੰ ਜ਼ਿਆਦਾ ਡੈਮੋਕ੍ਰੇਟਾਈਜ਼ ਕਰਨ ਦੇ ਲਈ ONDC ਪਲੇਟਫਾਰਮ ਲਿਆਂਦਾ ਗਿਆ। ਐਸਟੈਬਲਿਸ਼ਿੰਗ ਸੀਮਲੈਸ ਇੰਟੀਗ੍ਰੇਸ਼ਨ ਅਕ੍ਰੋਸ ਸਪਲਾਈ ਚੇਨ, ਠੀਕ ਹੈ ਜੀ। ਤੇ ਮੇਜਰ ਆਬਜੈਕਟਿਵਸ ਕੀ ਨੇ ਇਹਨਾਂ ਦੇ? ਆਬਜੈਕਟਿਵਸ ਨੇ ਜੀ, for democratization and decentralization of e-commerce, e-commerce ਨੂੰ ਜ਼ਿਆਦਾ ਲੋਕਤੰਤਰੀ ਬਣਾਉਣਾ, ਡੈਮੋਕ੍ਰੇਟਾਈਜ਼ ਕਰਨਾ, ਡੀਸੈਂਟਰਲਾਈਜ਼ ਕਰਨਾ, ਠੀਕ ਹੈ ਜੀ। ਬਾਈ ਮੂਵਿੰਗ ਫਰੋਮ ਅ ਪਲੇਟਫਾਰਮ ਸੈਂਟਰਿਕ ਮਾਡਲ ਟੂ ਐਨ ਓਪਨ ਨੈਟਵਰਕ। ਹੁਣ ਕੀ ਹੋ ਰਿਹਾ, ਹੁਣ ਸਾਡਾ ਇੱਕ ਪਲੇਟਫਾਰਮ ਬੇਸਡ ਮਾਡਲ ਆ। ਮਤਲਬ ਕਿ ਜੇ ਅਸੀਂ ਕਿਸੇ ਇੱਕ ਪਲੇਟਫਾਰਮ ਤੇ ਜਾ ਰਹੇ ਹਾਂ, ਮਤਲਬ ਮੈਂ ਕੁਝ ਆਨਲਾਈਨ ਪਰਚੇਜ਼ ਕਰ ਰਿਹਾ, ਮੈਂ ਕਹਿ ਲਓ ਕਿਸੇ ਵੀ ਇੱਕ ਸਾਈਟ ਤੋਂ ਕਰ ਰਿਹਾ, ਮੈਂ ਫਲਿੱਪਕਾਰਟ ਤੋਂ ਕਰ ਰਿਹਾ ਜਾਂ ਮੈਂ ਐਮਾਜ਼ੋਨ ਤੋਂ ਕਰ ਰਿਹਾ, ਮੈਂ ਐਮਾਜ਼ੋਨ ਦੇ ਪਲੇਟਫਾਰਮ ਤੇ ਜਾਊਂਗਾ, ਜਿਹੜੇ ਸੈਲਰਸ ਨੇ ਜਾਂ ਜਿਹੜੇ ਸੈਲਰਸ ਨੇ ਉਸ ਐਮਾਜ਼ੋਨ ਪਲੇਟਫਾਰਮ ਤੇ ਰਜਿਸਟਰਡ ਨੇ, ਮੈਂ ਉਹਨਾਂ ਦੇ ਆਰਟੀਕਲਸ ਹੀ ਖਰੀਦ ਸਕੂੰਗਾ ਉੱਥੋਂ। ਮੈਂ ਇਹ ਨਹੀਂ ਕਿ ਮਤਲਬ ਮੈਂ ਚਾਹਾਂ ਕਿ ਜਿਹੜਾ ਫਲਿੱਪਕਾਰਟ ਤੇ ਰਜਿਸਟਰਡ ਸੈਲਰਸ ਨੇ ਉਹਨਾਂ ਦੇ ਆਰਟੀਕਲਸ ਵੀ ਖਰੀਦ ਲਵਾਂ ਉੱਥੋਂ, ਨਹੀਂ। ਉਹਦੇ ਲਈ ਮੈਨੂੰ ਫਲਿੱਪਕਾਰਟ ਤੇ ਵੀ ਰਜਿਸਟਰ ਕਰਨਾ ਪਊ। ਮਤਲਬ ਹੁਣ ਕੀ ਆ, ਹੁਣ ਸਾਡਾ ਜੋ ਈ-ਕਮਰਸ ਪਲੇਟਫਾਰਮ ਆ, ਈ-ਕਮਰਸ ਮਾਡਲ ਆ ਸਾਡਾ ਜਾਂ ਬਿਜ਼ਨਸ ਆ, ਉਹ ਪਲੇਟਫਾਰਮ ਸੈਂਟਰਿਕ ਆ, ਪਰਟੀਕੂਲਰ ਇੱਕ ਪਲੇਟਫਾਰਮ ਦੇ ਉੱਪਰ ਉਹ ਨਿਰਧਾਰਿਤ ਹੈ, ਠੀਕ ਹੈ ਜੀ। ਸੋ ਉਹਨੂੰ ਅਸੀਂ ਓਪਨ ਕਰਨਾ। ਹੁਣ ਓਪਨ ਕਿਵੇਂ ਕਰਾਂਗੇ? ਮਤਲਬ ਮੰਨ ਲਓ ਮੈਂ ਐਮਾਜ਼ੋਨ ਤੇ ਰਜਿਸਟਰਡ ਹਾਂ, ਬਟ ਮੈਂ ਚਾਹੁੰਦਾ ਕਿ ਮੈਂ ਫਲਿੱਪਕਾਰਟ ਤੇ ਜਿਹੜੇ ਰਜਿਸਟਰਡ ਸੈਲਰਸ ਨੇ ਉਹਨਾਂ ਦੇ ਪ੍ਰੋਡਕਟ ਖਰੀਦਾਂ, ਤਾਂ ਉਹਦੇ ਲਈ ਮੈਨੂੰ ਹੁਣ ਫਲਿੱਪਕਾਰਟ ਦੇ ਨਾਲ ਰਜਿਸਟਰ ਕਰਨ ਦੀ ਲੋੜ ਨਹੀਂ ਪਊ। ਜਦੋਂ ਮੈਂ ONDC ਦੇ ਥਰੂ ਕੋਈ ਚੀਜ਼ ਪਰਚੇਜ਼ ਕਰੂੰਗਾ ਤਾਂ ਉਹਦੇ ਤੇ ਕਹਿ ਲਓ ਮੈਂ ਸਿਰਫ ONDC ਨਾਲ ਰਜਿਸਟਰ ਕਰਕੇ ਜਾਂ ਇਸ ਮੀਡੀਅਮ ਦੇ ਥਰੂ ਮੈਂ ਜਿੰਨੇ ਵੀ ਸਾਡੇ ਡਿਜੀਟਲ ਕਾਮਰਸ ਦੇ ਪਾਰਟਿਸਪੈਂਟਸ ਨੇ ਇੰਡੀਆ ਦੇ ਵਿੱਚ, ਉਹਨਾਂ ਦੇ ਕਿਸੇ ਵੀ ਪ੍ਰੋਡਕਟ ਨੂੰ ਮੈਂ ਉੱਥੋਂ ਖਰੀਦ ਸਕੂੰਗਾ, ਠੀਕ ਹੈ ਜੀ। ਦੈਨ ਇਨਕਲੂਸਿਵਿਟੀ ਐਂਡ ਐਕਸੈਸ ਫॉर ਸੈਲਰਸ, ਜਿਹੜੇ ਸੈਲਰ ਨੇ ਉਹਨਾਂ ਜਿਹੜੇ ਆਪਣੇ ਆਰਟੀਕਲਸ ਨੂੰ ਵੇਚ ਰਹੇ ਨੇ ਉਹਨਾਂ ਦੀ ਵੀ ਐਕਸੈਸ ਨੂੰ ਜ਼ਿਆਦਾ ਵਧਾਉਣਗੇ, ਠੀਕ ਹੈ ਜੀ। ਉਹ ਹੋ ਗਿਆ। ਸਪੈਸ਼ਲੀ ਦ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼, ਜਿਹੜੇ ਛੋਟੇ ਨੇ ਨਾ, ਸਾਡੇ ਛੋਟੇ ਵਪਾਰੀ ਨੇ ਜਾਂ ਛੋਟੇ ਐਂਟਰਪ੍ਰਾਈਜ਼ਸ ਨੇ, ਜਿਵੇਂ ਆਪਾਂ ਗੱਲ ਕਰ ਲਈ, ਕਿਉਂਕਿ ਜਿਹੜੇ ਵੱਡੇ ਡਿਜੀਟਲ ਪਲੇਟਫਾਰਮਸ ਨੇ, ਚਾਹੇ ਉਹ ਐਮਾਜ਼ੋਨ ਆ ਜਾਂ ਫਲਿੱਪਕਾਰਟ ਆ, ਉਹਦੇ ਕਰਕੇ ਸਾਡੇ ਜਿਹੜੇ ਸਮਾਲ ਬਿਜ਼ਨਸ ਐਸਟੈਬਲਿਸ਼ਮੈਂਟਸ ਨੇ ਜਾਂ ਸਾਡੇ ਛੋਟੇ ਕਰਿਆਨੇ ਦੀਆਂ ਦੁਕਾਨਾਂ ਕਹਿ ਲਈ ਜਾਂ ਹੋਰ ਦੁਕਾਨਾਂ ਨੇ, ਉਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ। ਸੋ ONDC ਦੇ ਨਾਲ ਕੀ ਹੋ ਰਿਹਾ, ONDC ਦੇ ਨਾਲ ਅਸੀਂ ਲੋਕਲ ਜੋ ਸਾਡੇ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਨੇ ਉਹਨਾਂ ਦੇ ਇੰਟਰਸਟਸ ਨੂੰ ਵੀ ਪ੍ਰੋਟੈਕਟ ਕਰਾਂਗੇ, ਉਹਨਾਂ ਨੂੰ ਵੀ ਇੱਕ ਡਿਜੀਟਲ ਐਕਸੈਸ ਪ੍ਰੋਵਾਈਡ ਕਰਾਂਗੇ, ਠੀਕ ਹੈ ਜੀ। ਉਹ ਡਿਜੀਟਲ ਮੀਡੀਅਮਸ ਨੂੰ ਯੂਜ਼ ਕਰ ਸਕਣਗੇ ਆਪਣੇ ਪ੍ਰੋਡਕਟਸ ਨੂੰ ਵੇਚਣ ਦੇ ਲਈ। ਦੈਨ ਇਨਕਰੀਜ਼ਡ ਚੁਆਇਸਿਸ ਐਂਡ ਇੰਡੀਪੈਂਡੈਂਸੀ ਫॉर ਕੰਜ਼ਿਊਮਰਸ, ਇਹਦੇ ਨਾਲ ਕੰਜ਼ਿਊਮਰਸ ਕੋਲੇ ਜਿਹੜੀਆਂ ਚੁਆਇਸਿਸ ਨੇ, ਜਿਹੜੀਆਂ ਆਪਸ਼ਨਸ ਨੇ, ਜਿਹੜੇ ਵਿਕਲਪ ਨੇ, ਉਹ ਵੱਧ ਜਾਣਗੇ। ਕਿਉਂਕਿ ਪਹਿਲਾਂ ਇੱਕ ਪਰਟੀਕੂਲਰ ਪਲੇਟਫਾਰਮ ਤੇ ਰਜਿਸਟਰਡ ਪ੍ਰੋਡਕਟਸ ਹੀ ਖਰੀਦ ਸਕਦੇ ਸੀ, ਹੁਣ ਅਸੀਂ ਸਾਰੇ ਡਿਜੀਟਲ ਕਾਮਰਸ ਦੇ ਉੱਪਰ ਜਿਹੜੇ ਪ੍ਰੋਡਕਟਸ ਅਵੇਲੇਬਲ ਨੇ ਉਹ ਸਾਰੇ ਖਰੀਦ ਸਕਦੇ ਹਾਂ, ਤਾਂ ਸਾਡੀ ਜਿਹੜੀ ਚੁਆਇਸ ਆ ਉਹ ਜ਼ਿਆਦਾ ਵਾਈਡ ਹੋ ਜੂਗੀ, ਠੀਕ ਹੈ ਜੀ। ਇਹ ਸੀਗਾ ONDC ਬਾਰੇ, ਐਂਡ ਦਿਸ ਵਾਜ਼ ਆਲ ਅਬਾਊਟ ਟੂਡੇਜ਼ ਕਰੰਟ ਅਫੇਅਰਸ ਕਲਾਸ। ਤੇ ਕੱਲ ਨੂੰ ਫਿਰ ਆਪਾਂ ਅਗਲੇ ਜੋ ਟੌਪਿਕਸ ਹੋਣਗੇ ਕੁਝ ਰੈਲੇਵੈਂਟ ਸਾਡੇ ਕਰੰਟ ਅਫੇਅਰਸ ਦੇ ਵਿੱਚੋਂ ਸਾਡੇ ਪੇਪਰ ਲਈ, ਉਹਨਾਂ ਨੂੰ ਡਿਸਕਸ ਕਰਾਂਗੇ। ਸੋ ਥੈਂਕ ਯੂ ਜੀ, ਤੇ ਧਿਆਨ ਨਾਲ ਇਹਨਾਂ ਸਾਰੇ ਇੰਪੋਰਟੈਂਟ ਟੌਪਿਕਸ ਨੇ ਇਹਨਾਂ ਨੂੰ ਰਿਵਾਈਜ਼ ਕਰਿਓ, ਪੜ੍ਹਿਓ। ਓਕੇ ਜੀ, ਸਤਿ ਸ਼੍ਰੀ ਅਕਾਲ।